गुरु जी करो बख्शिश सतनाम। श्री वाहे गुरु जी। बाबा फरीद साहब जी ने जो बख्शिश की है पावन श्लोकां दे विच, पहला उन्हां दे असीं अखरी अर्थ देखीए जो बख्शिश कर रहे ने। सौरै ढोई ना लहै, पेईए नाही थाऊं। ਇਹਦੇ ਪਹਿਲਾਂ ਅੱਖਰੀ ਅਰਥ ਕਰਾਂਗੇ, ਫਿਰ ਭਾਵ ਅਰਥ ਸਮਝ ਆਉਣਗੇ। ਅੱਖਰੀ ਅਰਥ ਇਹ ਹੋ ਗਏ, ਸਹੁਰੇ ਆਪਾਂ ਸਾਰੇ ਸਮਝ ਗਏ ਸਹੁਰਾ ਘਰ। ਪੇਈਏ ਦਾ ਅਰਥ ਹੈ ਪੇਕਾ ਘਰ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਜਿਹਨੂੰ ਸਹੁਰੇ ਘਰ ਵਿੱਚ ਵੀ ਤੇ ਪੇਕੇ ਘਰ ਵਿੱਚ ਵੀ ਢੋਈ ਨਾ ਮਿਲਦੀ ਹੋਵੇ, ਸਹੁਰੇ ਪੇਈਏ, ਸਹੁਰੇ ਢੋਈ ਨਾ ਲਹੈ, ਪੇਈਏ ਨਾਹੀ ਥਾਉ। ਪੇਰ ਮੈਨੇ ਪਤੀ, ਵਾਤੜੀ ਨਾ ਪੁੱਛਈ। ਵਾਤੜੀ ਸ਼ਬਦ ਜਿਹੜਾ ਨਾ ਸਾਧ ਸੰਗਤ, ਇਹ ਸਾਡੀ ਆਮ ਬੋਲੀ ਵਿੱਚ ਅਸੀਂ ਬੜੀ ਵਾਰ ਬੋਲਦੇ ਹਾਂ। ਆਪਾਂ ਕਹਿੰਦੇ ਉਹਨੇ ਤਾਂ ਕਦੀ ਬਾਤ ਹੀ ਨਹੀਂ ਪੁੱਛੀ ਉਹਦੀ। ਇਹ ਹੈ ਵਾਤੜੀ ਸ਼ਬਦ। ਸਭ ਨੂੰ ਸੌਖਾ ਸਮਝ ਪੈ ਜਾਏਗਾ ਕਿ ਵਾਤੜੀ ਦੇ ਕੀ ਅਰਥ ਨੇ। ਵਾਤੜੀ ਦਾ ਮਤਲਬ ਜਿਹੜਾ ਆਮ ਬੋਲੀ 'ਚ ਬੋਲਦੇ ਹਾਂ, ਆਪਾਂ ਕਹਿੰਦੇ ਹੁਣ ਤੇ ਕਦੀ ਬਾਤ ਹੀ ਨਹੀਂ ਪੁੱਛੀ। ਇਹਦਾ ਮਤਲਬ ਹੁੰਦਾ ਕਦੀ ਖਬਰ ਹੀ ਨਹੀਂ ਲਈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਸਹੁਰੇ ਢੋਈ ਨਾ ਲਹੈ, ਪੇਈਏ ਨਾਹੀ ਥਾਉ। ਫਿਰ ਵਾਤੜੀ ਨਾ ਪੁੱਛਈ। ਨਾ ਸਹੁਰੇ ਘਰ ਵਿੱਚ ਢੋਈ, ਨਾ ਪੇਕੇ ਘਰ ਵਿੱਚ ਢੋਈ, ਨਾ ਕਦੀ ਪਤੀ ਨੇ ਆਵਾਜ਼ ਪੁੱਛੀ। ਤੇ ਫੱਬ ਬਣ ਕੇ ਪਤਾ ਕੀ ਕਹਿੰਦੀ ਹੈ, ਧਨ ਧਨ ਮੈਨ ਇਸਤਰੀ ਸੁਹਾਗਣ ਨਾਉ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆਪਣੇ ਆਪ ਨੂੰ ਸੁਹਾਗਣ ਕਹਿਣ ਵਾਲੀਏ, ਨਾ ਤੈਨੂੰ ਸਹੁਰੇ ਘਰ 'ਚ ਢੋਈ, ਨਾ ਪੇਕੇ ਘਰ ਦੇ ਵਿੱਚ ਢੋਈ, ਨਾ ਤੇਰੀ ਪਤੀ ਨੇ ਕਦੀ ਬਾਤ ਪੁੱਛੀ, ਤੂੰ ਕਾਹਦੀ ਸੁਹਾਗਣ ਹੈ। ਸਿਰਫ ਅੱਖਰੀ ਅਰਥ ਜਦੋਂ ਭਾਵ ਅਰਥ ਕਰਾਂਗੇ ਫਿਰ ਸਾਰੀ ਵਿਚਾਰ ਬਦਲ ਜਾਣੀ ਵੀ ਸਹੁਰਾ ਘਰ ਕਿਹੜਾ, ਪੇਕਾ ਘਰ ਕਿਹੜਾ, ਢੋਈ ਕਿਹੜੀ, ਪਤੀ ਕਿਹੜਾ, ਸੁਹਾਗਣ ਕਿਹੜੀ। ਇਹ ਆਪਾਂ ਭਾਵ ਅਰਥ ਵਿੱਚ ਸਮਝਾਂਗੇ। ਪਹਿਲਾਂ ਮੈਂ ਅੱਖਰੀ ਅਰਥ ਕਰ ਰਿਹਾ। ਇਸ ਤੋਂ ਅਗਲਾ ਬਚਨ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ। ਅਗਲਾ ਜਿਹੜਾ ਸ਼ਲੋਕ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਜੋ ਇਹਦੀ ਵਿਆਖਿਆ ਕਰੇਗਾ। ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਸਹੁਰੇ ਪੇਈਏ ਕੰਤ ਕੀ। ਗੁਰੂ ਨਾਨਕ ਸਾਹਿਬ ਵੀ ਉਹੀ ਸ਼ਬਦ ਵਰਤ ਰਹੇ ਨੇ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਨੂੰ ਖੋਲ੍ਹਣ ਲਈ। ਕਹਿੰਦੇ ਸਹੁਰੇ ਪੇਈਏ ਕੰਤ ਕੀ, ਸਹੁਰੇ ਘਰ ਵਿੱਚ ਤੇ ਪੇਕੇ ਘਰ ਵਿੱਚ ਜਿਹੜੀ ਕੰਤ ਦੀ ਬਣੀ ਰਹੇ। ਸਹੁਰੇ ਪੇਈਏ ਕੰਤ ਕੀ, ਕੰਤ ਕੌਣ? ਅਗੰਮ ਅਥਾਹ, ਜਿਹਦੀ ਕਦੀ ਜਦੋਂ ਤੱਕ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੁੰਦੀ। ਕਿਉਂਕਿ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਦੀ ਹੁਣ ਵਿਆਖਿਆ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਨੇ ਕਰ ਦੇਣੀ ਹੈ। ਮਹਾਰਾਜ ਕਹਿ ਰਹੇ ਨੇ ਕਿ ਸਹੁਰੇ ਘਰ ਤੇ ਪੇਕੇ ਘਰ ਜਿਹੜੀ ਵੀ ਕੰਤ ਦੀ ਬਣੀ ਰਹਿੰਦੀ ਹੈ ਨਾ, ਤੇ ਕੰਤ ਕਿਹੜਾ? ਜਿਹੜਾ ਅਗੰਮ ਅਥਾਹ ਹੈ, ਜਿਹਦਾ ਕਦੀ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਸਹੁਰੇ ਪਈਏ ਕੰਤ ਕੀ, ਕੰਤ ਅਗੰਮ ਅਥਾਹ, ਨਾਨਕ ਸੋ ਸੁਹਾਗਣੀ। ਗੁਰੂ ਨਾਨਕ ਸਾਹਿਬ ਨੇ ਉਹਦੀ ਵਿਆਖਿਆ ਕਰ ਦਿੱਤੀ, ਸੋ ਸੁਹਾਗਣੀ ਉਹ ਸੁਹਾਗਣ ਹੈ ਜੋ ਭਾਵੈ ਬੇਪਰਵਾਹ, ਜਿਹੜੀ ਬੇਪਰਵਾਹ ਪਤੀ ਨੂੰ ਭਾ ਗਈ। ਤੀਸਰਾ ਸ਼ਲੋਕ ਫਿਰ ਬਾਬਾ ਫਰੀਦ ਸਾਹਿਬ ਦਾ ਹੈ। ਉਹਦੇ 'ਚ ਬਾਬਾ ਫਰੀਦ ਸਾਹਿਬ ਕਹਿੰਦੇ ਨਾਤੀ ਧੋਤੀ ਸੰਭਹੀ। ਨਹਾ ਧੋ ਕੇ, ਸੰਭਹੀ ਦਾ ਅਰਥ ਹੈ ਫੱਬ ਕੇ ਬੈਠ ਗਈ, ਸ਼ਿੰਗਾਰ ਕਰਕੇ ਬੈਠ ਗਈ। ਨਾਤੀ ਧੋਤੀ ਸੰਭਹੀ, ਸੁੱਤੀ ਆਏ ਨਚਿੰਦ। ਐ ਫੱਬ ਕੇ ਤਿਆਰ ਹੋ ਕੇ, ਨਹਾ ਧੋ ਕੇ, ਸੋਹਣੇ ਕੱਪੜੇ ਪਾ ਕੇ, ਹਾਰ ਸ਼ਿੰਗਾਰ ਕਰਕੇ ਪਲੰਘ ਦੇ ਉੱਤੇ ਚਲੀ ਗਈ। ਜਿੱਥੇ ਪਤੀ ਦੀ ਸੇਜਾ ਦਾ ਆਨੰਦ ਮਾਣਨਾ ਸੀ, ਉੱਥੇ ਜਾ ਕੇ ਕੀ ਹੋਇਆ, ਨੀਂਦ ਆ ਗਈ ਤੇ ਗੂੜੀ ਨੀਂਦ 'ਚ ਸੌਂ ਗਈ। ਅੱਖਰੀ ਅਰਥ ਪਹਿਲਾਂ ਮੈਂ ਕਰ ਰਿਹਾ, ਜਦੋਂ ਭਾਵ ਅਰਥ ਕਰਾਂਗੇ ਫਿਰ ਸਮਝ ਆਉਣੀ ਸਾਰੀ ਗੱਲ। ਬਾਬਾ ਫਰੀਦ ਸਾਹਿਬ ਕਹਿੰਦੇ ਨਾਤੀ ਧੋਤੀ ਸੰਭਹੀ, ਇਸਤਰੀ ਨਹਾ ਧੋ ਕੇ ਫੱਬ ਕੇ ਉਹ ਤਿਆਰ ਹੋ ਕੇ ਪਲੰਘ ਦੇ ਉੱਤੇ ਜਾ ਕੇ ਬੈਠ ਗਈ। ਤੇ ਭੋਲੀ ਜਿਸ ਪਤੀ ਦੀ ਉਡੀਕ ਵਿੱਚ ਸੀ ਉਹਨੂੰ ਉਡੀਕਿਆ ਹੀ ਨਹੀਂ, ਨੀਂਦ ਆ ਗਈ ਤੇ ਸੌਂ ਗਈ। ਨਾਤੀ ਧੋਤੀ ਸੰਭਹੀ, ਸੁੱਤੀ ਆਏ ਨਚਿੰਦ, ਫਰੀਦਾ ਰਹੀ ਸੋ ਬੇੜੀ ਹਿੰਗ ਦੀ। ਇੱਥੇ ਹਿੰਗ ਤੇ ਕਸਤੂਰੀ ਦੋ ਸ਼ਬਦ ਆਏ ਨੇ। ਹਿੰਗ ਦਾ ਅਰਥ ਹੋ ਗਿਆ ਬਦਬੂ ਤੇ ਕਤੂਰੀ ਦਾ ਅਰਥ ਹੋ ਗਿਆ ਸੁਗੰਧੀ। ਬਾਬਾ ਫਰੀਦ ਸਾਹਿਬ ਕਹਿੰਦੇ ਨਾਤੀ ਧੋਤੀ ਸੰਭਹੀ, ਸੁੱਤੀ ਆਏ ਨਚਿੰਦ, ਫਰੀਦਾ ਰਹੀ ਸੋ ਬੇੜੀ ਹਿੰਗ ਦੀ। ਬੇੜੀ ਦਾ ਅਰਥ ਬੇੜੀ ਜਿਹਦੇ ਵਿੱਚ ਆਪਾਂ ਬਹਿਨੇ ਉਹ ਬੇੜੀ ਨਹੀਂ, ਇਹਦਾ ਮਤਲਬ ਲਿਬੜੀ ਹੋਈ। ਇਹਦੇ ਅਰਥ ਇਹ ਹੋ ਗਏ ਲਿਬੜੀ ਹੋਈ ਵਿਕਾਰਾਂ ਦੇ ਵਿੱਚ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹਦੇ ਤਨ ਵਿੱਚੋਂ ਸੁਗੰਧੀਆਂ ਆਉਂਦੀਆਂ ਸੀ ਨਾ, ਕੁਝ ਘੰਟੇ ਪਹਿਲਾਂ ਜਿਹੜਾ ਤਨ ਉੱਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਸੁਗੰਧੀਆਂ ਲਾਈਆਂ ਸੀ, ਉਹ 4 ਘੰਟਿਆਂ ਬਾਅਦ ਕਹਿ ਲਓ ਜਾਂ 4 ਘੜੀਆਂ ਬਾਅਦ ਉਹੀ ਜਿਹੜੀਆਂ ਸੁਗੰਧੀਆਂ ਸੀ ਬਦਬੂ ਆਉਣ ਲੱਗ ਪਈ ਉਹਨਾਂ ਵਿੱਚੋਂ। ਨਾਤੀ ਧੋਤੀ ਸੰਭਹੀ, ਸੁੱਤੀ ਆਏ ਨਚਿੰਦ,
ਫਰੀਦਾ ਰਹੀ ਸੋ ਬੇੜੀ ਹਿੰਗਦੀ, ਗਈ ਕਤੂਰੀ ਗੰਧ, ਗੰਧ ਮੈਨੇ ਸੁਗੰਧੀ। ਉਹ ਸੁਗੰਧੀ ਚਲੀ ਗਈ ਤੇ ਹੁਣ ਬਦਬੋ ਸਿਰਫ ਰਹਿ ਗਈ। ਹੁਣ ਇਹ ਤੇ ਹੋ ਗਏ ਦੇ ਅਖਰੀ ਅਰਥ। ਇਹਨਾਂ ਸ਼ਬਦਾਂ ਦੇ ਭਾਵ ਅਰਥ ਕੀ ਬਣੇ? ਹੁਣ ਭਾਵ ਅਰਥ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਦੇਖਾਂਗੇ। ਬਾਬਾ ਫਰੀਦ ਸਾਹਿਬ ਨੇ 3 ਸ਼ਲੋਕਾਂ ਵਿੱਚ, ਇੱਕ ਗੁਰੂ ਨਾਨਕ ਸਾਹਿਬ ਦਾ ਆਇਆ ਸ਼ਲੋਕ, 2 ਬਾਬਾ ਫਰੀਦ ਸਾਹਿਬ ਦੇ, ਇਹਨਾਂ ਵਿੱਚ ਜੋ ਬਖਸ਼ਿਸ਼ ਕੀਤੀ ਹੈ, ਭਾਵ ਅਰਥ ਇਹਦੇ ਇਹ ਬਣਨੇ, ਜਿਹੜੀ ਅੱਜ ਦੀ ਆਪਣੀ ਵਿਚਾਰ ਦਾ ਕੇਂਦਰ ਬਿੰਦੂ ਹੋਏਗਾ, ਆਪਣੀ ਸਾਰੀ ਵਿਚਾਰ ਜਿਸ ਦੇ ਦੁਆਲੇ ਚੱਲਣੀ, ਮੈਂ ਉਹ ਤੁਹਾਨੂੰ ਦੱਸਣ ਲੱਗਾ ਤਾਂ ਕਿ ਤੁਹਾਡੀ ਸੁਰਤ ਵਿੱਚ ਗੱਲ ਚੱਲੇ ਵੀ ਅੱਜ ਦੀ ਵਿਚਾਰ ਦਾ ਮੁੱਖ ਕੇਂਦਰ ਬਿੰਦੂ ਕੀ ਹੋਏਗਾ। ਜੋ ਬਾਬਾ ਫਰੀਦ ਸਾਹਿਬ ਨੇ ਕਿਹਾ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦੇਖਾਂਗੇ ਤੇ ਮਹਾਰਾਜ ਸੁਹਾਗਣ ਦਾ ਜ਼ਿਕਰ ਕਰਦੇ ਗੁਰਮੁਖ ਦੇ ਨਾਲ ਤੇ ਦੁਹਾਗਣ ਦਾ ਜ਼ਿਕਰ ਕਰਦੇ ਨੇ ਮਨਮੁਖ ਦੇ ਨਾਲ। ਇੱਥੇ ਬਾਬਾ ਫਰੀਦ ਸਾਹਿਬ ਨੇ ਜੋ ਸ਼ਬਦ ਵਰਤੇ ਹੈ, ਇਹਦੇ ਭਾਵ ਹੋ ਗਏ ਸਹੁਰਾ ਘਰ ਹੋ ਗਿਆ, ਪਰਲੋਕ ਤੇ ਪੇਕਾ ਘਰ ਹੋ ਗਿਆ, ਆ ਸੰਸਾਰ ਜਿਹਦੇ ਵਿੱਚ ਆਪਾਂ ਵਿਚਰ ਰਹੇ ਹਾਂ। ਹੁਣ ਇੱਥੇ ਜਿਹੜਾ ਕੰਤ ਸ਼ਬਦ ਆਇਆ ਉਹ ਪਰਮੇਸ਼ਰ ਦੇ ਪ੍ਰਤੀ ਅਸੀਂ ਲਵਾਂਗੇ, ਜਿਹੜਾ ਵਾਤਲੀ ਨਾਲ ਪੁੱਛ ਰਹੀ ਉਹ ਪਰਮਾਤਮਾ ਹੋ ਗਿਆ। ਇਹਦਾ ਭਾਵ ਇਹ ਸ਼ਬਦ ਸਾਡੇ ਸਾਰਿਆਂ ਉੱਤੇ ਢੁਕੇਗਾ, ਭਾਵੇਂ ਅਸੀਂ ਮੇਲ ਆ ਫੀਮੇਲ ਆ, ਇਹ ਸ਼ਬਦ ਸਾਡੇ ਸਾਰਿਆਂ ਤੇ ਢੁਕਣਾ ਹੈ, ਕਿਉਂਕਿ ਸਾਡਾ ਪਰਮਾਤਮਾ ਵਾਹਿਗੁਰੂ ਪਤੀ ਹੈ, ਅਸੀਂ ਸਾਰੀਆਂ ਹੀ ਉਹਦੀਆਂ ਜੀਵ ਰੂਪੀ ਇਸਤਰੀਆਂ ਹਾਂ। ਇਹ ਸ਼ਬਦ ਸਾਡੇ ਉੱਤੇ ਢੁਕਣਾ ਹੈ। ਮੈਂ ਜਿਹੜੀ ਬੇਨਤੀ ਕਰਨ ਲੱਗਿਆ, ਅੱਜ ਦੇ ਸ਼ਬਦ ਦਾ ਵਿਚਾਰ ਹੈ ਕਿ ਜਿਹੜਾ ਬੰਦਾ ਬਾਹਰੀ ਤੌਰ ਤੇ ਆਪਣੇ ਆਪ ਨੂੰ ਸੰਤ, ਸਿੱਖ, ਗੁਰਮੁਖ, ਭਗਤ ਜੋ ਮਰਜ਼ੀ ਅਖਵਾਈ ਜਾਏ, ਧਨ ਸੁਹਾਗਣ ਨਾਉ, ਇਹਦੇ ਅਰਥ ਕਰਾਂਗੇ। ਉਹ ਬਾਹਰੀ ਤੌਰ ਤੇ ਜੋ ਕੁਝ ਮਰਜ਼ੀ ਬਣਿਆ ਫਿਰੇ, ਪਰ ਜੇ ਆਪਣੇ ਗੁਰੂ ਪਰਮੇਸ਼ਰ ਨੂੰ ਨਹੀਂ ਪਾਇਆ, ਉਹਦੀ ਹਾਲਤ ਉਸ ਇਸਤਰੀ ਵਰਗੀ ਹੈ ਜਿਹਨੂੰ ਸਹੁਰੇ ਵਿੱਚ ਵੀ ਤੇ ਪੇਕੇ ਘਰ ਵਿੱਚ ਤੇ ਪਤੀ ਨੇ ਵੀ ਕਦੀ ਉਹਦੀ ਬਾਤ ਨਹੀਂ ਪੁੱਛੀ। ਉਹਦੀ ਜ਼ਿੰਦਗੀ ਇਦਾਂ ਦੀ ਹੈ। ਮੈਂ ਹੁਣ ਭਾਵ ਅਰਥ ਕਰਨ ਲੱਗਿਆ ਹਾਂ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਸਹੁਰੇ ਘਰ ਤੇ ਪੇਕੇ ਲੋਕ ਤੇ ਪਰਲੋਕ ਵਿੱਚ ਉਹਨਾਂ ਨੂੰ ਮਾਨ ਮਿਲੇਗਾ ਜਿਹੜੀਆਂ ਅਥਾਹ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਕੰਤ ਪਤੀ ਮੰਨ ਕੇ ਉਹਦੀ ਭੈ ਭਾਵਨੀ ਵਿੱਚ ਜਿਹੜਾ ਜੀਵ ਰਹਿੰਦਾ ਹੈ। ਦੂਸਰਾ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਦੇ ਅਰਥ ਭਾਵ ਅਰਥ ਇਹ ਬਣ ਗਏ। ਤੀਸਰਾ ਬਾਬਾ ਫਰੀਦ ਸਾਹਿਬ ਦਾ ਫਿਰ ਸ਼ਲੋਕ, ਉਹਦੇ ਭਾਵ ਅਰਥ ਇਹ ਹੋ ਗਏ, ਨਾਤੀ ਧੋਤੀ ਦਾ ਮਤਲਬ ਹੋ ਗਿਆ ਬਾਹਰੋਂ ਅਸੀਂ ਬੜੇ ਆਪਣੇ ਆਪ ਨੂੰ ਸਵਾਰ ਲਿਆ, ਸ਼ਿੰਗਾਰ ਲਿਆ, ਸੋਹਣਾ ਚੋਲਾ ਪਾ ਲਿਆ, ਸੋਹਣੀ ਦਸਤਾਰ ਬੰਨ ਲਈ, ਸ੍ਰੀ ਸਾਹਿਬ ਵੀ ਪਾ ਲਿਆ, ਮਾਲਾ ਵੀ ਹੱਥ ਵਿੱਚ ਫੜ ਲਈ, ਨਾਤੀ ਧੋਤੀ ਸੰਭਈ। ਇਹਦੇ ਹੁਣ ਮੈਂ ਭਾਵ ਅਰਥ ਲੈਣ ਲੱਗਿਆ ਹਾਂ। ਬਾਹਰੋਂ ਸ਼ਿੰਗਾਰ ਕਰ ਲਿਆ ਸੀ ਵੀ ਬਹੁਤ ਸੋਹਣਾ ਜੀ, ਦਾੜਾ ਬੜਾ ਸੋਹਣਾ ਹੈ, ਸ੍ਰੀ ਸਾਹਿਬ ਬੜੀ ਸੋਹਣੀ ਹੈ, ਦਸਤਾਰ ਬੜੀ ਸੋਹਣੀ ਹੈ, ਹੱਥ ਵਿੱਚ ਮਾਲਾ ਵੀ ਹੈ, ਸਵੇਰੇ ਸ਼ਾਮੀ ਤੜਕੇ ਵੀ ਉੱਠਦਾ ਹੈ, ਸ਼ਾਮ ਨੂੰ ਬਾਣੀ ਪੜ੍ਹਦਾ, ਗੁਰਦੁਆਰੇ ਵੀ ਜਾਂਦਾ, ਨਾਤੀ ਧੋਤੀ ਸੰਭਈ, ਬਹੁਤ ਸੋਹਣਾ ਹਾਰ ਸ਼ਿੰਗਾਰ ਕੀਤਾ ਹੋਇਆ ਹੈ। ਹਾਰ ਸ਼ਿੰਗਾਰ ਦਾ ਮਤਲਬ ਬਾਹਰੋਂ ਸਾਡਾ ਲਿਬਾਸ, ਪਰ ਮਹਾਰਾਜ ਕਹਿੰਦੇ ਉਹ ਅੰਦਰ ਤੇ ਵਿਕਾਰਾਂ ਦੀ ਮੈਲ ਭਰੀ ਪਈ ਹੈ। ਗਈ ਕਤੂਰੀ ਗੰਧ, ਫਰੀਦਾ ਰਹੀ ਸੋ ਬੇੜੀ ਹਿੰਗਦੀ, ਉਹ ਤੇਰੇ ਅੰਦਰੋਂ ਤਾਂ ਵਿਕਾਰਾਂ ਦੀ ਬੋ ਆ ਰਹੀ ਹੈ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਬਾਹਰੋਂ ਬੜੀਆਂ ਸੁਗੰਧੀਆਂ ਫੈਲਾ ਰਹੇ। ਇਹ ਹੋ ਗਏ 3 ਸ਼ਲੋਕਾਂ ਦੇ ਭਾਵ ਅਰਥ। ਹੁਣ ਇਹਦੀ ਵਿਆਖਿਆ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਕਰਾਂਗੇ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦੇਖਾਂਗੇ ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਜੀਵ, ਪਹਿਲੀ ਗੱਲ ਪ੍ਰਭੂ ਪਰਮਾਤਮਾ ਦੀ ਭੈ ਭਾਵਨੀ ਵਿੱਚ ਰਹਿਣਾ, ਉਹੀ ਜੀਵ ਇਸਤਰੀ ਜਿਹੜੀ ਹੈ ਹਾਰ ਸ਼ਿੰਗਾਰ ਕੀਤੇ ਹੋਏ ਪਰਮਾਤਮਾ ਨੂੰ ਭਾਉਂਦੇ ਨੇ। ਮਹਾਰਾਜ ਦਾ ਇੱਕ ਬਚਨ ਆਉਂਦਾ ਹੈ, ਸਖੀ ਹਾਰ ਤੰਬੋਲ ਸਭੋ ਕਿਛ ਸਾਜਿਆ, 16 ਕੀਏ ਸ਼ਿੰਗਾਰ ਕੇ ਅੰਜਨ ਪਾਜਿਆ, ਜੇ ਘਰ ਆਵੈ ਕੰਤ ਤਾਂ ਸਭ ਕਿਛ ਪਾਈਐ, ਹਰ ਹਾਂ ਕੰਤੈ ਬਾਜ ਸ਼ਿੰਗਾਰ ਸਭ ਬਿਰਥਾ ਜਾਈਏ। ਮਹਾਰਾਜ ਕਹਿ ਰਹੇ ਨੇ ਕਿ 16 ਤਰ੍ਹਾਂ ਦੇ ਸ਼ਿੰਗਾਰ ਕੀਤੇ, ਇਹ ਤਾਂ ਫੱਬਦੇ ਨੇ ਜੇ ਘਰ ਵਿੱਚ ਕੰਤ ਪਤੀ ਦੀ ਜਿਹੜੀ ਬਖਸ਼ਿਸ਼ ਮਿਲ ਜਾਏ ਤਾਂ। ਇਹਦੇ ਬਾਹਰੀ ਅਰਥ ਹੋ ਗਏ, ਤੂੰ ਬਾਹਰੀ ਤੌਰ ਤੇ ਤਾਂ ਸਿੱਖ ਆਪਣੇ ਆਪ ਨੂੰ ਅਖਵਾ, ਸੰਤ ਭਗਤ ਬ੍ਰਹਮ ਗਿਆਨੀ ਆਪਣੇ ਆਪ ਨੂੰ ਅਖਵਾ, ਜੇ ਤੇਰਾ ਬਾਹਰੀ ਤੌਰ ਤੇ ਲਿਬਾਸ ਹੈ ਤੇ ਉਹਨੂੰ ਅੰਦਰ ਵੀ ਝਾਤ ਮਾਰ ਕੇ ਦੇਖ ਵੀ ਤੂੰ ਅੰਦਰ ਕੀ ਹੈ। ਇਹਦੇ ਭਾਵ ਅਰਥ ਅਸੀਂ ਇਉਂ ਕਰਨੇ ਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੋ ਦੇਖਦੇ ਆ ਨਾ, ਤੇ ਮਹਾਰਾਜ ਕਹਿੰਦੇ ਮਨੁੱਖ ਬਾਹਰੋਂ ਜੋ ਕੁਝ ਤੁਹਾਨੂੰ ਦਿਸਦਾ ਹੈ, ਜਦੋਂ ਤੁਸੀਂ ਗਹਿਰਾ ਉਤਰ ਕੇ ਵੇਖੋਗੇ ਜੋ ਬਾਹਰੋਂ ਦਿਸਦਾ ਅਸਲ ਵਿੱਚ ਅੰਦਰੋਂ ਉਹ ਹੈ ਨਹੀਂ। ਮਹਾਰਾਜ ਦੇ ਬਚਨ ਨੇ ਗੁਰੂ ਗ੍ਰੰਥ ਸਾਹਿਬ ਦੇ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਪੜ੍ਹ ਪੁਸਤਕ ਸੰਧਿਆ ਬਾਦੰ। ਹੁਣ ਮੈਂ ਇਹਦੇ ਭਾਵ ਅਰਥ ਕਰਨ ਲੱਗਾ ਵੀ ਸੁਹਾਗਣ ਕੌਣ, ਦੁਹਾਗਣ ਕੌਣ, ਸਹੁਰਾ ਘਰ ਕੀ, ਬਾਹਰੋਂ ਸ਼ਿੰਗਾਰ ਕੀ, ਕਿਹੜੀਆਂ ਕੰਤ ਪਰਮਾਤਮਾ ਨੂੰ ਭਾਉਣਗੀਆਂ, ਜੀਵ ਰੂਪੀ ਸਾਰੇ ਅਸੀਂ ਆਪਣੇ ਆਪ ਨੂੰ ਵਿੱਚ ਸ਼ਾਮਲ ਕਰਨਾ ਹੈ। ਧਨ ਸੁਹਾਗਣ ਨਾਉ ਤੇ ਰਖਾ ਲਿਆ ਨਾ। ਮਹਾਰਾਜ ਕਹਿੰਦੇ ਨੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ, ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ। ਇਹ ਦੇਖਿਓ ਸਾਰੇ ਸ਼ਬਦ ਵਿੱਚ ਧਾਰਮਿਕ ਚਿੰਨ੍ਹ ਨੇ।
ਇਹ ਜਿੰਨਾ ਮੈਂ ਸ਼ਬਦ ਬੋਲਣਾ ਨਾ ਸਾਰੇ ਧਾਰਮਿਕ ਚਿੰਨ੍ਹ ਦੇ ਵਿੱਚ ਹੋਣਗੇ। ਮਹਾਰਾਜ ਕਹਿੰਦੇ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰਗ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰਗ ਦੋ ਧੋਤੀ ਵਸਤਰ ਕਪਾਟੰਗ। ਇਹ ਹੁਣ ਸਾਰੇ ਬਾਹਰੀ ਤੌਰ ਤੇ ਵੇਖੋ ਧਰਮ ਦੇ ਕਰਮ ਹੀ ਨੇ ਨਾ। ਧਨ ਸੁਹਾਗਣ ਨਾਉ ਤੇ ਰਖਾ ਲਿਆ, ਪਰ ਨਾ ਸਹੁਰੇ ਘਰ ਵਿੱਚ ਨਾ ਪੇਕੇ ਘਰ ਵਿੱਚ ਨਾ ਕਦੀ ਪਤੀ ਨੇ ਬਾਤ ਪੁੱਛੀ ਤੂੰ ਕਾਹਦੀ ਸੁਹਾਗਣ ਹੈ। ਮਹਾਰਾਜ ਕਹਿੰਦੇ 2 ਟਾਈਮ ਤੇ ਪੁਸਤਕਾਂ ਵੀ ਤੂੰ ਪੜ੍ਹਦਾ ਹੈ, ਮਾਲਾ ਵੀ ਗਲ ਵਿੱਚ ਪਾਈ ਹੋਈ ਹੈ, ਮੰਦਰਾਂ 'ਚ ਜਾ ਕੇ ਟਲ ਵੀ ਖੜਕਾ ਰਿਹਾ ਹੈ। ਮਹਾਰਾਜ ਕਹਿੰਦੇ ਤਿਲਕ ਵੀ ਮੱਥੇ ਤੇ ਲਾ ਰਿਹਾ ਹੈ। ਮਹਾਰਾਜ ਦੇ ਬਚਨ ਨੇ ਸਾਹਿਬ ਜੀ ਦੇ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ। ਓਏ ਬਗਲੇ ਵਾਂਗੂ ਸਮਾਧੀ ਲਾ ਕੇ ਮੂਰਤੀ ਦੇ ਸਾਹਮਣੇ ਵੀ ਤੂੰ ਬੈਠਾ ਹੈ। ਹੁਣ ਜੇ ਤੁਸੀਂ ਦੂਜੇ ਦੀ ਗੱਲ ਨਹੀਂ ਕਰਨੀ, ਆਪਣੀ ਕਰੀਏ। ਗੁਰਦੁਆਰੇ ਵੀ ਆਉਨੇ ਆ, ਮੱਥਾ ਵੀ ਟੇਕਦੇ ਆ, ਬਾਣੀ ਵੀ ਪੜ੍ਹਦੇ ਆ, ਸੁਣਦੇ ਵੀ ਆ, ਪਰ ਇਹ ਤਾਂ ਮਨ 'ਚ ਝਾਤ ਮਾਰ ਕੇ ਦੇਖੀਏ ਕਿਤੇ ਬਗਲ ਸਮਾਧੀ ਤਾਂ ਨਹੀਂ ਸਾਡੀ ਬਣ ਰਹੀ। ਮਹਾਰਾਜ ਕਹਿੰਦੇ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰਗ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰਗ ਦੋ ਧੋਤੀ ਵਸਤਰ ਕਪਾਟੰਗ ਜੇ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ। ਮਹਾਰਾਜ ਕਹਿੰਦੇ ਜਿੱਦਾਂ ਤੈਨੂੰ ਇਹ ਸਮਝ ਆ ਗਈ ਨਾ ਕਿ ਮੇਰੇ ਕੰਤ ਨੂੰ ਇਹ ਚੀਜ਼ਾਂ ਨਹੀਂ ਭਾਉਂਦੀਆਂ, ਉਦੋਂ ਹਾਰ ਸ਼ਿੰਗਾਰ ਪਰਾਂ ਮਾਰਨੇ ਸਾਰੇ ਲਾਹ ਕੇ। ਹਾਰ ਸ਼ਿੰਗਾਰ ਦਾ ਮਤਲਬ ਹੋ ਗਿਆ ਜਿਹੜੇ ਕਰਮ ਕਾਂਡ ਅਸੀਂ ਕਰ ਰਹੇ ਹੋ, ਕਰਮ ਕਾਂਡ ਚੁੱਕ ਕੇ ਪਰਾਂ ਮਾਰੇਗਾ ਸਿੱਖ ਜਿਹੜੇ ਮੇਰੇ ਗੁਰੂ ਨੂੰ ਨਹੀਂ ਭਾਉਂਦੇ। ਇਹਦੇ ਅਰਥ ਮੈਂ ਨਾਲ ਕਹਿ ਰਿਹਾ, ਭਾਵ ਅਰਥ ਅਸੀਂ ਇਹ ਕਰਨੇ ਆ ਜਿਹੜੀ ਗੱਲ ਮੇਰੇ ਗੁਰੂ ਨੂੰ ਨਹੀਂ ਭਾਉਂਦੀ ਉਹ ਕਿਉਂ ਕਰਦੇ ਹਾਂ। ਸਾਹਿਬ ਦੇ ਬਚਨ ਨੇ ਸਤਿਗੁਰੂ ਗੁਰੂ ਰਾਮਦਾਸ ਜੀ ਦੇ, ਕਹਿੰਦੇ ਕਹਿ ਪ੍ਰਭ ਅਵਰ ਅਵਰ ਕਛ ਕੀਜੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰੂ ਕੁਝ ਹੋਰ ਕਹਿ ਰਿਹਾ, ਸਿੱਖ ਕੁਝ ਹੋਰ ਕਰੀ ਜਾ ਰਿਹਾ ਹੈ। ਕਹਿ ਪ੍ਰਭ ਅਵਰ ਅਵਰ ਕਿਛ ਕੀਜੈ ਸਭ ਬਾਦ ਸ਼ਿੰਗਾਰ ਫੋਕਟ ਫੋਕਟਈਆ। ਗੁਰੂ ਰਾਮਦਾਸ ਦਾ ਬਚਨ ਹੈ। ਮਹਾਰਾਜ ਕਹਿੰਦੇ ਤੇਰੇ ਹਾਰ ਸ਼ਿੰਗਾਰ ਸੁਹਾਗਣ ਭੈਣੇ ਕੋਈ ਮਹਿਣਾ ਨਹੀਂ ਰਖਾਉਂਦੇ, ਕਿਉਂਕਿ ਕਹਿ ਪ੍ਰਭ ਅਵਰ ਅਵਰ ਕਿਛ ਕੀਜੈ। ਪਤੀ ਕੁਝ ਹੋਰ ਕਹਿ ਰਿਹਾ, ਤੂੰ ਕੁਝ ਹੋਰ ਕਰੀ ਜਾ ਰਹੀ ਹੈ। ਮੈਂ ਇਹਦੇ ਭਾਵ ਅਰਥ ਨਾਲ ਹੀ ਕਹਿ ਦਿਆਂਗਾ। ਗੁਰੂ ਕੁਝ ਹੋਰ ਕਹਿ ਰਿਹਾ, ਤੂੰ ਕੁਝ ਹੋਰ ਕਰ ਰਿਹਾ ਹੈ। ਕਹਿ ਪ੍ਰਭ ਅਵਰ ਅਵਰ ਕਿਛ ਕੀਜੈ ਸਭ ਬਾਦ ਸ਼ਿੰਗਾਰ ਫੋਕਟ ਫੋਕਟਈਆ ਕੀ ਉਹ ਸ਼ਿੰਗਾਰ ਮਿਲਣ ਕਹਿ ਤਾਈ। ਉਹ ਸਾਰਾ ਕੁਝ ਤੇ ਵਾਹਿਗੁਰੂ ਪਰਮਾਤਮਾ ਦੇ ਨੇੜੇ ਹੋਣ ਵਾਸਤੇ ਕੀਤਾ ਸੀ ਨਾ। ਕੀ ਉਹ ਸ਼ਿੰਗਾਰ ਮਿਲਣ ਕਹਿ ਤਾਈ ਪ੍ਰਭ ਲਿਓ ਸੁਹਾਗਣ ਥੂਕ ਮੁਖ ਪਈਆ। ਮਹਾਰਾਜ ਕਹਿੰਦੇ ਪਰਮਾਤਮਾ ਬਖਸ਼ਿਸ਼ ਕਿਸੇ ਹੋਰ ਤੇ ਹੀ ਕਰ ਗਿਆ। ਜਿਹੜਾ ਕੇਵਲ ਕਰਮਕਾਂਡੀ ਬਣਿਆ ਸੀ ਉਹਦੇ ਤੇ ਮੂੰਹ ਦੇ ਉੱਤੇ ਥੁੱਕਾਂ ਪੈਂਦੀਆਂ ਰਹੀਆਂ। ਸਾਹਿਬ ਦੇ ਬਚਨ ਨੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਿ ਮਨੁੱਖ ਅੱਜ ਦੇ 3 ਸ਼ਲੋਕਾਂ ਦੇ ਭਾਵ ਅਰਥ ਇਹ ਨੇ, ਗੁਰਮੁਖੋ ਅਸੀਂ ਬਾਹਰੋਂ ਕੁਝ ਹੋਰ ਹਾਂ ਤੇ ਅੰਦਰੋਂ ਕੁਝ ਹੋਰ ਹਾਂ। ਗੁਰੂ ਨੂੰ ਇਹ ਚੀਜ਼ਾਂ ਬਿਲਕੁਲ ਨਹੀਂ ਜੇ ਭਾਉਂਦੀਆਂ। ਮਹਾਰਾਜ ਕਹਿ ਰਹੇ ਨੇ ਕਿ ਤੂੰ ਤਾਂ ਸੁਹਾਗਣ ਹੈ ਜੇ ਕੰਤ ਪਤੀ ਨੂੰ ਭਾ ਜਾਂਦੀ ਹੈ, ਉਹਦੀ ਰਜਾ ਵਿੱਚ ਹੁਕਮ ਵਿੱਚ ਚੱਲਦੀ ਹੈ ਤਾਂ ਹੈ। ਜੇ ਤੂੰ ਉਹਨੂੰ ਨਹੀਂ ਭਾਉਂਦੀ ਜਿੰਨੇ ਮਰਜ਼ੀ ਸ਼ਿੰਗਾਰ ਕਰ ਲੈ, ਉਹਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਹੈ। ਸਤਿਗੁਰੂ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਨੇ, ਇੱਕ ਸ਼ਬਦ ਗੁਰੂ ਅਰਜੁਨ ਦੇਵ ਜੀ ਦਾ ਜੋ ਇਹਨਾਂ 3 ਸ਼ਲੋਕਾਂ ਦੀ ਵਿਆਖਿਆ ਬੜੀ ਸੋਹਣੀ ਕਰ ਜਾਏਗਾ। ਇੱਕ ਹੀ ਸ਼ਬਦ, ਉਹ ਥੋੜਾ ਜਿਹਾ ਲੰਬੇਰਾ ਸ਼ਬਦ ਹੈ, ਮੈਂ ਉਹਦੀ ਜ਼ਿਆਦਾ ਵਿਆਖਿਆ ਨਹੀਂ ਕਰਾਂਗਾ ਕਿਉਂਕਿ ਸਮਾਂ ਉਹਦੇ ਤੇ ਬਹੁਤ ਨਿਕਲ ਜਾਣਾ ਹੈ, ਪਰ ਉਹਦੇ ਅਰਥ ਸੌਖੇ ਜੇ ਸਮਝ ਪਈ ਜਾਣੇ ਤੁਹਾਨੂੰ ਸਾਰਿਆਂ ਨੂੰ। ਇਹ ਸ਼ਲੋਕਾਂ ਦੀ ਵਿਆਖਿਆ ਬਹੁਤ ਸੋਹਣੀ ਕਰ ਜਾਏਗਾ ਕਿ ਮਨੁੱਖ ਧਨ ਸੁਹਾਗਣ ਨਾਉ ਤੇ ਬਣ ਗਿਆ ਹੈ ਪਰ ਹੈ ਸੁਹਾਗਣ ਨਹੀਂ। ਬਾਹਰੋਂ ਸੰਤ ਗੁਰਸਿੱਖ ਭਗਤ ਬ੍ਰਹਮ ਗਿਆਨੀ ਅਖਵਾ ਰਿਹਾ ਹੈ ਪਰ ਅੰਦਰੋਂ ਅਸਲ ਵਿੱਚ ਉਹ ਹੈ ਨਹੀਂ। ਇਹ ਸ਼ਬਦ ਵਿਆਖਿਆ ਕਰ ਜਾਏਗਾ ਇਹਨਾਂ 3 ਸ਼ਲੋਕਾਂ ਦੀ। ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ। ਮਹਾਰਾਜ ਕਹਿੰਦੇ ਪਾਠ ਪੜ੍ਹਿਓ। ਹੁਣ ਦੇਖਿਓ ਜੇ ਉਹਦੇ ਵਿੱਚ ਵੀ ਸਾਰੇ ਧਾਰਮਿਕ ਚਿੰਨ੍ਹ ਹੀ ਚੱਲਣਗੇ, ਕਿਉਂਕਿ ਅੱਜ ਦਾ ਜੋ ਸ਼ਲੋਕ 3 ਚੱਲ ਰਹੇ ਨੇ, ਮੈਂ ਤਾਂ ਬਾਰ-ਬਾਰ ਗੱਲ ਨੂੰ ਦੁਹਰਾਉਂਦਾ ਇਸ ਕਰਕੇ ਹੁੰਨਾ ਹਾਂ ਤਾਂ ਕਿ ਸਭ ਨੂੰ ਇਹ ਪਤਾ ਲੱਗ ਜਾਏ ਵੀ ਭਾਈ ਸਾਹਿਬ ਜੋ ਵਿਚਾਰ ਕਰ ਰਹੇ ਸ਼ਲੋਕਾਂ ਦੀ ਉਹਦੇ ਭਾਵ ਕੀ ਨੇ, ਅੱਖਰੀ ਅਰਥ ਕੀ ਨੇ ਤੇ ਸਿੱਖਿਆ ਸਾਨੂੰ ਕੀ ਮਿਲਦੀ ਹੈ। ਮੈਂ ਇਸ ਗੱਲ ਉੱਤੇ ਜ਼ਿਆਦਾ ਜ਼ੋਰ ਦੇ ਰਿਹਾ ਹੁੰਨਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ ਧਨ ਸੁਹਾਗਣ ਨਾਉ। ਤੂੰ ਸੁਹਾਗਣ ਤਾਂ ਆਪਣੇ ਆਪ ਨੂੰ ਅਖਵਾ ਰਹੀ ਹੈ ਨਾ। ਮਹਾਰਾਜ ਕਹਿੰਦੇ ਤੇਰਾ ਬਾਹਰੋਂ ਕਿਹੜੇ ਧਾਰਮਿਕ ਚਿੰਨ੍ਹ ਤੇਰੇ ਹੋ ਗਏ। ਪਾਠ ਪੜ੍ਹਿਓ। ਹੁਣ ਰੋਜ਼ ਆਪਾਂ ਕਹਿੰਦੇ ਬਾਣੀ ਪੜ੍ਹੋ ਪਾਠ ਕਰੋ। ਮਹਾਰਾਜ ਕਹਿੰਦੇ ਨੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ। ਵੇਦਾਂ ਦੀ ਵਿਚਾਰ ਵੀ ਤੂੰ ਕਰਦਾ ਹੈ, ਪਾਠ ਵੀ ਤੂੰ ਕਰਦਾ ਹੈ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ। ਉਹ ਜੋਗੀਆਂ ਵਾਂਗ ਉਹ ਕਰਮ ਵੀ ਕਰਦਾ ਜਿਹਦੇ ਨਾਲ ਕਹਿੰਦਾ ਕਿ ਸੁਰਤ ਬੜੀ
ਉੱਚੀ ਤਾਂ ਚਲੇ ਜਾਂਦੀ ਹੈ। ਨੇਵਲੀ ਭਿਅੰਗਮ ਸੱਪ ਵਾਲੀ ਉਹੜੀ ਇੱਕ ਉਹਨਾਂ ਦੀ ਯੋਗ ਆਸਨ ਹੈ ਜੋਗੀਆਂ ਦਾ, ਮਹਾਰਾਜ ਕਹਿੰਦੇ ਤੂੰ ਉਹ ਵੀ ਕਰ ਰਿਹਾ ਹੈ। ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਆਹ ਬੁੱਧ ਬਾਧੇ ਧਨ ਸੁਹਾਗਣ ਨਾਉ। ਅਦਕ ਆਹ ਬੁੱਧ ਬਾਧੇ, ਤੇਰੇ ਅੰਦਰ ਉਹ ਬਿਰਤੀ ਤੇ ਉਹੀ ਵਿਕਾਰਾਂ ਵਾਲੀ ਪਈ ਰਹੀ ਕਿ ਰਹੀ ਸੋ ਬੇੜੀ ਹੰਗਦੀ ਗਈ ਕਥੂਰੀ ਗੰਧ, ਸੁਗੰਧੀ ਚਲੀ ਗਈ ਤੇ ਦੁਰਗੰਧੀ ਵਾਲੀ ਤੂੰ ਜੀਵ ਇਸਤਰੀ ਬਣ ਗਈ। ਇਹਦਾ ਭਾਵ ਇਹ ਬਣ ਗਿਆ ਕਿ ਤੇਰੇ ਅੰਦਰ ਸ਼ੁਭ ਗੁਣ ਚਲੇ ਗਏ ਤੇ ਔਗਣੀ ਔਗਣ ਤੇਰੇ ਪੱਲੇ ਰਹਿ ਗਏ। ਰਹੀ ਸੋ ਬੇੜੀ ਹਿੰਗਦੀ ਗਈ ਕਥੂਰੀ ਗੰਧ। ਮੈਂ ਤਿੰਨਾਂ ਸ਼ਲੋਕਾਂ ਦੀ ਕਦੀ ਕਦੀ ਪੰਕਤੀ ਵਿੱਚ ਪੜ੍ਹ ਦਿਆ ਕਰਾਂਗਾ ਤਾਂ ਕਿ ਵਿਚਾਰ ਇਕੱਠੀ ਚੱਲ ਰਹੀ ਹੈ। ਇੱਥੇ ਮਹਾਰਾਜ ਕਹਿ ਰਹੇ ਨੇ ਕਿ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨ ਛਟਕਿਓ, ਅਦਕ ਆਹਾਂ ਬੁੱਧ ਬਾਧੇ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਧਨ ਸੁਹਾਗਣ ਨਾਉ ਬਣਨ ਵਾਲੀਏ। ਆ ਝਾਤ ਧਿਆਨ ਮਾਰ ਕੇ ਦੇਖੀ ਕਿ ਸਹੁਰੇ ਪਈਏ ਕੰਤ ਕੀ ਕੰਤ ਅਗੰਮ ਅਥਾ, ਨਾਨਕ ਸੋ ਸੁਹਾਗਣੀ ਜੋ ਭਾਵੈ ਬੇਪਰਵਾਹ। ਇੱਥੇ ਮਹਾਰਾਜ ਕਹਿ ਰਹੇ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ, ਪਿਆਰੇ ਇਨ ਬਿਦ ਮਿਲ ਨਾ ਜਾਈ। ਇਹ ਤੇਰੇ ਸ਼ਿੰਗਾਰ ਕਿਸੇ ਮਹਿਣੇ ਵਿੱਚ ਨਹੀਂ ਰਖਾਉਂਦੇ ਜੇ ਕਦੀ ਕੰਤ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨਹੀਂ ਭਾਇਆ ਤੇ, ਜੇ ਤੂੰ ਉਹਨੂੰ ਭਾਈ ਨਹੀਂ ਤਾਂ। ਇੱਥੇ ਮਹਾਰਾਜ ਕਹਿੰਦੇ ਨੇ ਕਿ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਕਿ ਪਿਆਰਿਓ ਇਨ ਬਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਬਬੇਕਾ। ਹੇ ਵਾਹਿਗੁਰੂ ਦੀ ਕਿਰਪਾ ਕਰਕੇ ਮੈਨੂੰ ਉਹ ਬੁੱਧੀ ਦੇ ਦਿਓ, ਉਹ ਸੋਝੀ ਦੇ ਦਿਓ ਜਿਸ ਨਾਲ ਮੈਂ ਆਪਣੇ ਪਤੀ ਨੂੰ ਭਾ ਜਾਵਾਂ। ਇਹਦਾ ਭਾਵ ਮਹਾਰਾਜ ਮੈਨੂੰ ਉਹ ਸੁਰਤ ਦਿਓ ਜਿਹਦੇ ਨਾਲ ਮੈਂ ਆਪਣੇ ਗੁਰੂ ਨੂੰ ਭਾ ਜਾਵਾਂ, ਆਪਣੇ ਪਰਮੇਸ਼ਰ ਨੂੰ ਭਾ ਜਾਵਾਂ। ਅੱਗੇ ਮਹਾਰਾਜ ਕਿਰਪਾ ਕਰਦੇ ਨੇ, ਪਿਆਰੇ ਇਨ ਬਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਆਪਾਂ ਇਸ ਤੋਕ ਉੱਤੇ ਬੋਲ ਰਹੇ ਹਾਂ ਕਿ ਧਨ ਸੁਹਾਗਣ ਨਾਓ, ਰਹੀ ਸੋ ਬੇੜੀ ਹਿੰਗਦੀ ਗਈ ਕਥੂਰੀ ਗੰਧ। ਜੋ ਸਤਿਗੁਰੂ ਕਹਿ ਰਹੇ ਨੇ, ਬਾਬਾ ਫਰੀਦ ਸਾਹਿਬ ਜੋ ਕਹਿ ਰਹੇ ਨੇ, ਉਹਨੂੰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੋਨ ਭਇਓ। ਇਹ ਧਾਰਮਿਕ ਚਿੰਨ੍ਹ ਹੀ ਨੇ ਸਾਰੇ। ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਉਹ ਕੀ ਹੋ ਗਿਆ ਜੇ ਤੂੰ ਮੂੰਹ ਨਹੀਂ ਬੋਲਦਾ? ਲਿਖ ਲਿਖ ਕੇ ਤਾਂ ਪਰਚੀਆਂ ਦੇ ਹੀ ਰਿਹਾ ਨਾ। ਕਾਹਦਾ ਸੰਤ ਆ ਉਹ ਜਿਹੜਾ ਕਹਿੰਦਾ ਮੈਂ ਮੁਖ ਤੋਂ ਨਹੀਂ ਬੋਲਦਾ, ਮੈਂ ਮੋਨੀ ਹੋ ਗਿਆ। ਤੇਰੇ ਇਸ ਮੋਨੀ ਹੋਏ ਨੂੰ ਗੁਰੂ ਪਰਮੇਸ਼ਰ ਨੂੰ ਨਹੀਂ ਤੂੰ ਭਾਉਂਦਾ। ਤੇਰੇ ਅੰਦਰ ਕੀ ਚੱਲ ਰਿਹਾ ਹੈ? ਹੁਣ ਕਈ ਕਹਿੰਦੇ ਜੀ ਬੋਲਦੇ ਨਹੀਂ ਹੋ। ਜਿਹੜਾ ਬੋਲਦਾ ਨਹੀਂ ਉਹ ਲਿਖ ਕੇ ਦੇ ਰਿਹਾ। ਜਦੋਂ ਲਿਖ ਕੇ ਦਿੰਦਾ ਅੰਦਰ ਤੇ ਬੋਲਿਆ ਹੀ ਜਾ ਰਿਹਾ। ਕੀ ਲਿਖ ਰਿਹਾ ਉਹ? ਮੰਨ ਲਓ ਕੋਈ ਚਿੱਟ ਲਿਖ ਕੇ ਦੇ ਰਿਹਾ ਤੇ ਮੂੰਹ ਨਹੀਂ ਬੋਲਦਾ। ਜੋ ਕੁਝ ਲਿਖ ਕੇ ਦੇ ਰਿਹਾ ਅੰਦਰ ਤਾਂ ਉਹ ਖਿਆਲ ਪੈਦਾ ਹੋ ਰਹੇ ਨੇ ਨਾ। ਮਹਾਰਾਜ ਨੇ ਇਸੇ ਕਰਕੇ ਕਹਿ ਦਿੱਤਾ ਕਿ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ। ਜੇ ਲਾਏ ਰਹਾ ਲਿਵ ਤਾਰੋ, ਤੂੰ ਲਗਾਤਾਰ ਸਮਾਧੀ ਲਾ ਕੇ ਬੈਠਾ ਰਹਿ, ਕੀ ਹੋਏਗਾ ਫਾਇਦਾ? ਅੰਦਰ ਤਾਂ ਚੱਲ ਰਿਹਾ ਨਾ ਜੋ ਕੁਝ ਤੇਰੇ ਅੰਦਰ, ਗੁਰੂ ਨੂੰ ਤੇ ਉਹ ਵੇਖਣਾ, ਬਾਹਰੋਂ ਬੋਲ ਚਾਹੇ ਨਾ ਬੋਲ। ਮਹਾਰਾਜ ਕਹਿੰਦੇ ਬੈਠਾ ਹੋਏ ਮੋਨੀ, ਅੰਤਰ ਕਲਪ ਭੁਆਈਐ ਜੋਨੀ। ਸਹੁਰੇ ਢੋਈ ਨਾ ਲਹਿ ਪਈਏ ਨਾਹੀ ਥਾਉ। ਨਾ ਤੈਨੂੰ ਸਹੁਰੇ ਘਰ ਚ ਢੋਈ, ਨਾ ਪੇਕੇ ਘਰ ਚ ਢੋਈ, ਨਾ ਕਦੇ ਪਤੀ ਨੇ ਬਾਤ ਪੁੱਛੀ, ਧਨ ਸੁਹਾਗਣ ਬਣੀ ਹੈ ਤੂੰ। ਸਾਨੂੰ ਕਹਿ ਰਹੇ ਨੇ ਮਹਾਰਾਜ, ਕਹਿੰਦੇ ਤੂੰ ਮੋਨੀ ਹੋ ਗਿਆ, ਕੀ ਫਾਇਦਾ ਹੋਇਆ? ਕਰਪਾਤੀ, ਕਰ ਮੈਨੇ ਹੱਥ ਪਾਤੀ ਮੈਨੇ ਪੱਤਰ। ਇਹ ਵੀ ਬੜਾ ਵੱਡਾ ਕਰਮ ਕਾਂਡ ਜੇ। ਬੰਦਾ ਕਹਿੰਦਾ ਮੈਂ ਤਾਂ ਜੀ ਕੋਈ ਭਾਂਡਾ ਹੀ ਨਹੀਂ ਵਰਤਦਾ, ਮੈਂ ਤਾਂ ਹੱਥ ਤੇ ਹੀ ਰੋਟੀ ਖਾ ਲੈਣਾ। ਮਹਾਰਾਜ ਕਹਿੰਦੇ ਰੱਬ ਨੂੰ ਇਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ ਹੈ। ਸਾਡੇ 'ਚ ਵੀ ਬੜੇ ਚੱਲ ਪਏ ਕੰਮ। ਇਹ ਤਾਂ ਕਹਿੰਦੇ ਜੀ ਅਸੀਂ ਤਾਂ ਆਪਣੇ ਹੱਥ ਨਾਲ ਬਣਾਵਾਂਗੇ, ਆਪੇ ਹੀ ਖਾਵਾਂਗੇ, ਸਾਡਾ ਭਾਂਡਾ ਵੀ ਆਪਣਾ ਹੀ ਹੋਏਗਾ, ਸਾਡੀ ਲੋਹ ਵੀ ਆਪਣੀ ਹੋਏਗੀ, ਸਾਡੀ ਕੜਛੀ ਵੀ ਆਪਣੀ ਹੋਏਗੀ, ਸਾਡੇ ਪਤੀਲੇ ਵੀ ਆਪਣੇ ਹੋਣਗੇ। ਤੇ ਦਾਲਾਂ ਤੇ ਆਪਾਂ ਉੱਥੋਂ ਚੁੱਕ ਕੇ ਲਿਆਉਣੇ ਜਿੱਥੇ ਸਿਰਗਟਾਂ ਵੀ ਪੀ ਜਾਂਦੇ ਆ। ਸਮਾਨ ਖੰਡ ਪਤੀ ਤੇ ਉੱਥੋਂ ਹੀ ਆਉਣੀ ਆ, ਗੁੜ ਤੇ ਸਾਰਾ ਕੁਝ। ਇਹ ਕਿੱਥੇ ਚਲੇਗੀ ਸਾਡੀ? ਮਹਾਰਾਜ ਨੇ ਕੀ ਸਾਨੂੰ ਬਣਾਇਆ, ਸੀ ਬਣ ਕੀ ਗਏ ਆ? ਧਨ ਸੁਹਾਗਣ ਨਾਉ ਕਹਿ ਰਹੇ ਸੀ। ਕਹਿੰਦੇ ਜੀ ਪ੍ਰਸ਼ਾਦ ਵੀ ਆਪਣਾ ਹੀ ਲਵਾਂਗੇ, ਬਣਾਵਾਂਗੇ ਹੀ ਆਪੇ। ਚਲੋ ਗੱਲ ਮੈਨੂੰ ਵਿੱਚੋਂ ਨਿਕਲ ਆਈ। ਕੋਈ ਚਲਿਆ ਗਿਆ ਇਸ ਤਰ੍ਹਾਂ ਕਰਮਕਾਂਡੀ ਕਿਸੇ ਦੇ ਘਰੇ, ਤੇ ਅੱਗੋਂ ਬੜਾ ਗੁਰਮੁਖ ਪਿਆਰਾ ਸੀ, ਉਹਨੂੰ ਜਾ ਕੇ ਕਰਮਕਾਂਡੀ ਕਹਿੰਦਾ ਜੀ ਭਾਈ ਸਾਹਿਬ ਜੀ ਤੁਸੀਂ ਮੱਝ ਨਵਾ ਦਿਓ ਜੇ, ਤੇ ਭਾਂਡੇ ਸਾਡੇ ਆਪਣੇ ਹੀ, ਅਸੀਂ ਚੋਵਾਂਗੇ ਵੀ ਆਪ, ਗਰਮ ਵੀ ਆਪ ਕਰਾਂਗੇ, ਤੇ ਬਾਕੀ ਕੰਮ ਸਾਡਾ ਰਿਹਾ, ਤੁਸੀਂ ਮੱਝ ਨਵਾ ਦਿਓ ਜੇ। ਉਹ ਗੁਰਮੁਖ ਪਿਆਰਾ ਚੰਗੀ ਸੰਗਤ ਉਹਨੇ ਕੀਤੀ ਸੀ, ਬਹਿਸ ਬਸਾਈਆ ਉਹਨੇ ਨਾ ਕੀਤਾ ਵੀ ਚਲੋ ਕੋਈ ਗੱਲ ਨਹੀਂ, ਹੁਣ ਆਏ ਨੇ ਗੁਰਮੁਖ ਘਰੇ ਕੀ ਲੜਨਾ। ਉਹ ਕਹਿੰਦਾ ਜੀ ਠੀਕ ਹੈ। ਉਹਨੇ ਮੱਝ ਨਵਾ ਦਿੱਤੀ ਹੈ, ਨਵਾ ਧਵਾ ਕੇ ਮੱਝ ਜਿਹੜੀ ਸੀ ਬੰਨ੍ਹ ਦਿੱਤੀ। ਲਓ ਜੀ ਮੱਝ ਮੈਂ ਨਵਾ ਦਿੱਤੀ ਹੈ। ਉਹਨਾਂ ਨੇ
ਆਪੇ ਹੀ ਆਪਣੇ ਜਿਹੜੇ ਲਿਆਂਦੇ ਭਾਂਡੇ ਸੀ ਉਹਦੇ ਵਿੱਚ ਦੁੱਧ ਚੋਇਆ, ਗਰਮ ਕੀਤਾ, ਪੀ ਲਿਆ। ਕਹਿੰਦਾ ਜੀ ਗੁਰਮੁਖੋ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ, ਮੇਰਾ ਇੱਕ ਸਵਾਲ ਹੈ, ਜੇ ਤੁਸੀਂ ਗੁੱਸਾ ਨਾ ਕਰੋ। ਕਹਿੰਦੇ ਜੀ ਦੱਸੋ ਕੀ ਸਵਾਲ। ਕਹਿੰਦਾ ਬਸ ਮੈਨੂੰ ਬਹੁਤਾ ਤਾਂ ਮੈਨੂੰ ਗਿਆਨ ਗੁਣ ਕੋਈ ਹੈ ਨਹੀਂ। ਸੱਚ ਜਾਣਿਓ ਜਿਹੜੇ ਬੰਦੇ ਪਿੰਡਾਂ 'ਚ ਸਿੱਧੇ ਪੱਧਰੇ ਰਹਿੰਦੇ ਆ ਨਾ, ਜਿਹਨੂੰ ਅਸੀਂ ਸਿੱਧੇ ਪੱਧਰੇ ਕਹਿ ਦਿੰਦੇ ਆ, ਉਹ ਗੁਰਮੁਖੋ ਕਈ ਵਾਰ ਬੜੀ ਬਖਸ਼ਿਸ਼ ਹੁੰਦੀ ਉਹਨਾਂ ਤੇ। ਅਸੀਂ ਗੱਲਾਂ ਕਰਨ ਵਾਲੇ ਬਹੁਤ ਗੱਲਾਂ ਕਰਦੇ ਹੁੰਦੇ ਆ, ਪਰ ਕਈ ਵਾਰ ਬੰਦੇ ਜਿਨ੍ਹਾਂ ਨੂੰ ਗੱਲਾਂ ਕੁਝ ਨਹੀਂ ਆਉਂਦੀਆਂ, ਉਹਨਾਂ ਦੀ ਸੁਰਤ ਬੇਡੀ ਉੱਚੀ ਹੁੰਦੀ ਹੈ, ਬੰਦਾ ਉਹਨਾਂ ਦੇ ਸਵਾਲ ਵੇਖ ਕੇ ਹੈਰਾਨ ਰਹਿ ਜਾਂਦਾ ਹੈ। ਉਹ ਕਹਿੰਦਾ ਜੀ ਮੇਰੀ ਇੱਕ ਬੇਨਤੀ ਹੈ, ਜਿੰਨੀ ਕੁ ਮੈਨੂੰ ਸਮਝ ਆਈ ਹੈ ਵੀ ਚਮਚੋਂ ਨਿਕਲਿਆ ਦੁੱਧ ਚਮਚ ਹੀ ਪੈ ਗਿਆ, ਆ ਥੋੜਾ ਕੁ ਚਿਰ ਲੋਹਿਆਂ ਦੇ ਭਾਂਡਿਆਂ 'ਚ ਰੱਖ ਕੇ ਭਲਾ ਇਹਦੇ ਕੋਈ ਫਾਇਦਾ ਹੋ ਜਾਂਦਾ ਜੀ ਇਹਦੇ ਨਾਲ? ਗੱਲ ਬੜੀ ਡੂੰਘੀ ਸੀ। ਚਮਚੋਂ ਨਿਕਲਿਆ ਦੁੱਧ ਤੇ ਚਮਚ ਹੀ ਪਾ ਲਿਆ ਤੁਸੀਂ, ਤੇ ਮੈਨੂੰ ਇਹਦੀ ਸਮਝ ਲੱਗੀ ਜਿਹੜਾ ਕਰਮ ਪਖੰਡ ਜੇ ਕੀਤੇ ਸੀ ਭਾਂਡਿਆਂ ਦੇ, ਇਹ ਕੀ ਸੀ ਜੀ? ਉਹ ਕਹਿੰਦੇ ਇਹਦਾ ਸਵਾਲ ਦਾ ਜਵਾਬ ਤੇ ਅਸੀਂ ਵੀ ਨਹੀਂ ਦੇ ਸਕਦੇ। ਮੱਝ ਵੀ ਚੰਮ ਦੀ, ਆਪਾਂ ਵੀ ਤੇ ਚੰਮ ਹੀ ਆ ਨਾ। ਚਮਚੋਂ ਨਿਕਲਿਆ ਦੁੱਧ ਚਮਚ ਹੀ ਪੈ ਗਿਆ, ਤੇ ਫਿਰ ਉਹ ਪਖੰਡ ਜੇ ਕਿਉਂ ਕਰਦੇ ਅਸੀਂ? ਬਾਣੀ ਇਹਨਾਂ ਗੱਲਾਂ ਨੂੰ ਬਿਲਕੁਲ ਨਹੀਂ ਮੰਨਦੀ। ਭਾਵੇਂ ਗੁਰਮੁਖ ਹੋਏ ਗੱਲ ਬੜੀ ਮੈਂ ਕੌੜੀ ਕਹਿਤੀ ਕਿਸੇ ਨੂੰ, ਭਾਵੇਂ ਫਿੱਟ ਬਵੇ ਚਾਹੇ ਨਾ ਬਵੇ, ਸਚਾਈ ਅਸਲ ਵਿੱਚ ਹੈ ਕਿ ਗੁਰੂ ਨਾਨਕ ਸਾਹਿਬ ਨੇ ਜੋ ਸਾਨੂੰ ਬਣਾਇਆ ਸੀ ਅਸੀਂ ਬਣੇ ਨਹੀਂ। ਇੰਨੇ ਕਰਮ ਕਾਂਡੀ ਅੱਜ ਸਿੱਖਾਂ ਦੇ ਵਿੱਚ ਹੋ ਗਏ ਆ, ਸਾਡੇ 'ਚ ਕਰਮ ਕਾਂਡ ਇੰਨੇ ਆ ਕੇ ਧੱਸ ਗਏ ਆ ਕਿ ਗੁਰਮੁਖ ਅਸੀਂ ਨਿਕਲ ਨਹੀਂ ਰਹੇ ਉਹਨਾਂ ਵਿੱਚੋਂ, ਬਹੁਤ ਫਸ ਚੁੱਕੇ ਹਾਂ ਅਸੀਂ। ਕਿਉਂਕਿ ਅੱਜ ਦਾ ਸ਼ਬਦ ਇਹ ਹੈ ਨਾ, ਧੰਨ ਸੁਹਾਗਣ ਨਾਉ। ਉਹ ਗੁਰੂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ, ਤੂੰ ਹੱਥਾਂ ਦੇ ਪੱਤਰਾਂ ਨੂੰ ਬਣਾ ਕੇ ਰੋਟੀ ਖਾ ਲੈ, ਕੀ ਫਰਕ ਪੈਂਦਾ ਹੈ? ਤੂੰ ਥਾਲੀ ਲੋਹੇ ਦੀ ਲੈ ਲਾ, ਸਟੀਲ ਦੀ ਲੈ ਲਾ, ਸੋਨੇ ਦੀ ਲੈ ਲਾ, ਪਿੱਤਲ ਦੀ ਲੈ ਲਾ, ਕੁਝ ਵੀ ਨਾ ਲੈ। ਗੁਰੂ ਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ। ਮਹਾਰਾਜ ਕਹਿੰਦੇ ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨਮਾਹੀ। ਮਹਾਰਾਜ ਕਹਿੰਦੇ ਜਿਹੜਾ ਕਹਿੰਦਾ ਮੈਂ ਤਾਂ ਤਨ ਤੇ ਬਸਤਰ ਹੀ ਕੋਈ ਨਹੀਂ ਪਾਉਂਦਾ, ਮਹਾਰਾਜ ਕਹਿੰਦੇ ਨਹੀਂ ਪਾਉਂਦਾ ਬਸਤਰ, ਰੱਬ ਨੂੰ ਇਹਨਾਂ ਗੱਲਾਂ ਨਾਲ ਕੀ ਮਤਲਬ ਹੈ? ਪਾਵੇਂ ਚਾਹੇ ਨਾ ਪਾਵੇਂ। ਇਸੇ ਤਾਂ ਮਹਾਰਾਜ ਨੇ ਬਾਣੀ ਵਿੱਚ ਕਿਹਾ ਕਿ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਉਹ ਬਾਹਰੋਂ ਲੀਰਾਂ ਪਾਈ ਫਿਰਦੇ ਪਰ ਅੰਦਰ ਰੇਸ਼ਮੀ ਹੈ। ਦੂਸਰੇ ਬੰਨੇ ਸਤਿਗੁਰੂ ਕਹਿੰਦੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ। ਉਹ ਅੰਦਰ ਦੇ ਆ ਝੂਠਿਆ ਤੂੰ ਬਾਹਰੋਂ ਜਿੰਨਾ ਮਰਜੀ ਲਿਸ਼ਕਿਆ ਪੁਸ਼ਕਿਆ ਫਿਰ, ਧੰਨ ਸੁਹਾਗਣ ਨਾਉ, ਕੋਈ ਫਰਕ ਨਹੀਂ ਪੈਣਾ। ਇੱਥੇ ਮਹਾਰਾਜ ਕਹਿੰਦੇ ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨਮਾਹੀ। ਤਟ ਤੀਰਥ ਸਭ ਧਰਤੀ ਭ੍ਰਮਿਓ। ਸਾਰੇ ਤੀਰਥਾਂ ਦੇ ਤਟਾਂ ਉੱਤੇ ਜਾ ਕੇ ਜੇ ਧਰਤੀ ਦਾ ਭਰਮਣ ਵੀ ਕਰ ਆਇਆ ਹੈ, ਦੁਬਦਾ ਛੁਟਕੈ ਨਾਹੀ। ਉਹ ਦੁਬਦਾ ਤੇਰੀ ਤੇ ਤੰਦਰੋਂ ਗਈ ਨਹੀਂ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ, ਮਨ ਕੀ ਮੈਲ ਨਾ ਉਤਰੇ ਇਹ ਬਿਦ। ਜੇ ਲੱਖ ਜਤਨ ਕਰਾਏ, ਕਨਕ ਕਾਮਣੀ ਹੈਵਰ ਗੈਵਰ, ਬਹੁ ਵਿਦ ਦਾਨ ਦਾਤਾਰਾ। ਅਨ ਬਸਤਰ ਭੂਮ ਬਹੁ ਅਰਪੇ, ਨਾ ਮਿਲੀਏ ਹਰ ਦੁਆਰਾ। ਪੂਜਾ ਅਰਚਾ ਬੰਦਨ ਡੰਡੌਤ, ਖਟ ਕਰਮਾ ਰਤ ਰਹਿਤਾ। ਇਹ ਸਾਰੇ ਸ਼ਬਦ ਨੂੰ ਜਦੋਂ ਪੜੋਗੇ ਨਾ, ਇਹ ਅਸ਼ਟਪਦੀ ਦੇ 8 ਬੰਦ ਨੇ, ਤੇ ਮਹਾਰਾਜ ਨੇ ਕਰਮ ਕਾਂਡੀਆਂ ਦਾ ਦੇ ਵਿੱਚ ਜ਼ਿਕਰ ਕੀਤਾ ਰੱਜ ਕੇ ਵੀ ਕੀ ਕਰਦੇ ਨੇ ਲੋਕ। ਤੇ ਰਹਾਉ ਵਾਲੀ ਤੋਕੇ ਦੀ ਇਹ ਹੈ ਕਿ ਪਿਆਰੇ ਇਨ ਵਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੇ ਬੁੱਧ ਵਿਵੇਕਾ। ਤੇ ਇਸ ਸ਼ਬਦ ਵਿੱਚ 2 ਰਹਾਉ ਆਉਣਗੀਆਂ ਜਿਹੜਾ ਮੈਂ ਪੜ੍ਹ ਰਿਹਾ ਹਾਂ ਗੁਰੂ ਅਰਜਨ ਦੇਵ ਜੀ ਦਾ। ਮਹਾਰਾਜ ਕਹਿੰਦੇ ਨੇ ਕਿ ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ, ਮਨ ਕੀ ਮੈਲ ਨਾ ਉਤਰੇ ਇਹ ਬਿਦ। ਜੇ ਲੱਖ ਯਤਨ ਕਰਾਏ, ਕਨਕ ਕਾਮਣੀ ਹੈਵਰ ਗੈਵਰ, ਬਹੁ ਵਿਦ ਦਾਨ ਦਾਤਾਰਾ। ਜੋ ਮਰਜੀ ਦਾਨ ਤੂੰ ਕਰੀ ਜਾ, ਗੁਰੂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਅੰਨ ਬਸਤਰ ਭੂਮ ਬਹੁ ਅਰਪੈ, ਅੰਨ ਦਈ ਜਾ, ਬਸਤਰ ਦਈ ਜਾ, ਧਰਤੀ ਦਾਨ ਕਰੀ ਜਾ। ਨਾ ਮਿਲੀਏ ਹਰ ਦੁਆਰਾ, ਹਰੀ ਦਾ ਦੁਆਰ ਤੈਨੂੰ ਇਸ ਤਰ੍ਹਾਂ ਨਹੀਂ ਮਿਲ ਸਕਦਾ। ਪੂਜਾ ਅਰਚਾ ਬੰਦਨ ਡੰਡੌਤ, ਖਟ ਕਰਮਾ ਰਤ ਰਹਿਤਾ, ਹਉ ਹਉ ਕਰਤ ਬੰਧਨ ਮੈਂ ਪਰਿਆ। ਨਾ ਮਿਲੀਏ ਇਹ ਜੁਗਤਾ ਜੋਗ ਸਿੱਧ, ਆਸਣ 84 ਧੰਨ ਸੁਹਾਗਣ ਨਾਉ। ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹਿਆ, ਵੱਡੀ ਆਰਜਾ ਫਿਰ ਜਨਮੇ ਹਰਸਿਓ ਸੰਗ ਨਾ ਗਹਿਆ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ, ਹੁਕਮ ਅਫਾਰਾ, ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ। ਹੁਣ ਮਹਾਰਾਜ ਫਿਰ ਅਖੀਰ ਵਿੱਚ ਜਿਹੜਾ ਨਾ ਨਿਚੋੜ ਕੱਢਦੇ ਹੈ, ਹਰ ਕੀਰਤ ਸਾਧ ਸੰਗਤ ਹੈ, ਧੰਨ ਸੁਹਾਗਣ ਨਾਉ। ਜੇ ਬਣਨਾ ਨਾ ਤੂੰ, ਸਹੁਰੇ ਪਈਏ ਕੰਤ ਕੀ ਕੰਤ ਅਗੰਮ ਅਥਾ, ਨਾਨਕ ਸੋ ਸੁਹਾਗਣੀ ਜੋ ਭਾਵੈ ਬੇਪਰਵਾਹ। ਜੇ ਤੂੰ ਸੱਚਮੁੱਚ ਸੁਹਾਗਣੀ ਬਣਨਾ ਫਿਰ ਆਹ ਕੰਮ ਕਰ। ਉਹ ਕਿਹੜਾ? ਮਹਾਰਾਜ ਕਹਿੰਦੇ ਨੇ ਕਿ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਤਾ ਰਹਾਓ ਦੂਜਾ। ਅਸ਼ਟਪਦੀ ਪੂਰੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਈ ਹੈ। ਉਹਦੇ ਚ ਮਹਾਰਾਜ ਨੇ ਪਹਿਲੇ ਚ ਕਿਹਾ ਕਿ ਪਿਆਰਿਆ ਐਵੇਂ ਨਹੀਂ ਮਿਲਿਆ ਜਾ ਸਕਦਾ ਕਰਮ ਕਾਂਡਾਂ ਨਾਲ।
ਅਖੀਰ ਵਿੱਚ ਕਹਿੰਦੇ ਉਹਦੀ ਭੈ ਭਾਵਨੀ ਰਜਾ ਵਿੱਚ ਚੱਲ, ਆਪਣੇ ਨਾਮ ਨੂੰ ਪਰਮੇਸ਼ਰ ਦੇ ਨਾਮ ਨਾਲ ਰੰਗ ਜੇ ਉਹਨੂੰ ਭਾ ਜਾਏ ਤੂੰ। ਸਹੁਰੇ ਪਈਏ ਕੰਤ ਕੀ ਕੰਤ ਅਗੰਮ ਅਥਾ, ਨਾਨਕ ਸੋ ਸੁਹਾਗਣੀ ਜੋ ਭਾਵੈ ਬੇਪਰਵਾਹ। ਅੱਗੇ ਬਾਬਾ ਫਰੀਦ ਸਾਹਿਬ ਕਹਿੰਦੇ ਨਾਤੀ ਧੋਤੀ ਸੰਭਹੀ ਸੁੱਤੀ ਆਏ ਨਚਿੰਦ, ਫਰੀਦਾ ਰਹੀ ਸੋ ਬੇੜੀ ਹਿੰਗ ਦੀ ਗਈ ਕਥੂਰੀ ਗੰਧ। ਜਿਹੜੀਆਂ ਤੇਰੀਆਂ ਬਾਹਰੋਂ ਸੁਗੰਧੀਆਂ ਗੁਣਾਂ ਨਾਲ ਜਿਹੜਾ ਤੂੰ ਭਰਪੂਰ ਹੋਣਾ ਸੀ, ਬਾਹਰੀ ਤੌਰ ਤੇ ਗੁਣ ਕੁਝ ਨਹੀਂ, ਅੰਦਰ ਔਗਣੀ ਔਗਣਾ ਦੀ ਬਦਬੂ ਆ ਰਹੀ ਹੈ। ਤੇ ਸੱਚਮੁੱਚ ਇਸ ਤਰ੍ਹਾਂ ਹੀ ਹੁੰਦਾ ਗੁਰਮੁਖੋ। ਆਪਾਂ ਦੇਖਦੇ ਹਾਂ ਸਮਾਜ ਵਿੱਚ ਜੋ ਹੋ ਰਿਹਾ ਸਾਡੇ ਸਾਹਮਣੇ ਹੀ ਹੈ ਨਾ। ਬਾਹਰੋਂ ਸਾਨੂੰ ਕਸਤੂਰੀ ਵਾਂਗੂ ਸੁਗੰਧੀਆਂ ਲੱਗਦੀਆਂ ਨੇ, ਅੰਦਰ ਦੁਰਗੰਧੀਆਂ ਭਰੀਆਂ ਪਈਆਂ ਨੇ। ਭਾਈ ਗੁਰਦਾਸ ਜੀ ਨੇ ਨਾ ਬੜੇ ਪਿਆਰੇ ਬਚਨ ਕਹੇ ਨੇ, ਉਹ ਬੜਾ ਸੌਖਾ ਸਮਝ ਆ ਜਾਏਗਾ ਵੀ ਧਨ ਸੁਹਾਗਣ ਨਾਉ ਕੀ ਹੈ। ਭਾਈ ਸਾਹਿਬ ਕਹਿੰਦੇ ਨੇ ਜਿਵੇਂ ਸਿੰਬਲ ਦਾ ਰੁੱਖ ਦੀ ਉਦਾਹਰਨ ਦਿੰਦੇ ਆ। ਇਹ ਜਿਹੜਾ ਮੈਂ ਸ਼ਬਦ ਪੜ੍ਹਨ ਲੱਗਿਆ ਨਾ ਭਾਈ ਗੁਰਦਾਸ ਜੀ ਦਾ, ਇਹ ਵੀ ਇਹਨਾਂ ਤਿੰਨਾਂ ਸ਼ਲੋਕਾਂ ਦੀ ਵਿਆਖਿਆ ਕਰ ਜਾਏਗਾ। ਭਾਈ ਸਾਹਿਬ ਜੀ ਕਹਿੰਦੇ ਨੇ ਕਿ ਜਿਵੇਂ ਸਿੰਬਲ ਦਾ ਰੁੱਖ ਇਹ ਜ਼ਮੀਨ ਵਿੱਚ ਬਹੁਤ ਡੂੰਘਾ ਹੁੰਦਾ ਹੈ, ਇਹਦੀਆਂ ਜੜ੍ਹਾਂ ਜ਼ਮੀਨ 'ਚ ਬਹੁਤ ਡੂੰਘੀਆਂ ਹੁੰਦੀਆਂ ਨੇ, ਤੇ ਸਿੰਬਲ ਦਾ ਰੁੱਖ ਉੱਚਾ ਬਹੁਤ ਹੁੰਦਾ ਹੈ, ਉੱਚਾ ਵੀ ਬਹੁਤ ਹੈ, ਜ਼ਮੀਨ ਵਿੱਚ ਵੀ ਇਹਦੀਆਂ ਜੜ੍ਹਾਂ ਗਈਆਂ ਹੋਈਆਂ ਨੇ। ਇਹਦੇ ਫੁੱਲ ਬਹੁਤ ਸੋਹਣੇ ਨੇ, ਫਲ ਬੜੇ ਸੋਹਣੇ ਨੇ, ਹੈ ਸੋਹਣੇ ਨੇ, ਪਰ ਕੰਮ ਨਹੀਂ ਕਿਸੇ ਆਉਂਦੇ। ਮਹਾਰਾਜ ਨੇ ਆਸਾ ਦੀ ਵਾਰ ਵਿੱਚ ਵੀ ਸ਼ਬਦ ਵਰਤਿਆ ਹੈ। ਤੇ ਭਾਈ ਗੁਰਦਾਸ ਕਹਿੰਦੇ ਕੰਮ ਨਹੀਂ ਆਉਂਦੇ। ਜਿਹੜਾ ਤੋਤਾ ਪੰਛੀ ਹੈ ਉਹ ਸਿੰਬਲ ਦੀ ਉਚਾਈ ਦੇਖ ਕੇ, ਉਹਦੇ ਫੁੱਲ ਵੇਖ ਕੇ, ਉਹਦੇ ਫਲ ਵੇਖ ਕੇ ਪ੍ਰਭਾਵਿਤ ਹੋ ਜਾਂਦਾ ਤੇ ਆ ਕੇ ਸਿੰਬਲ ਦੇ ਰੁੱਖ ਉੱਤੇ ਬਹਿ ਜਾਂਦਾ ਹੈ। ਜਦੋਂ ਸਿੰਬਲ ਦੇ ਰੁੱਖ ਤੇ ਬੈਠ ਕੇ ਉਹਦੇ ਫਲ ਵਿੱਚ ਆਪਣੀ ਚੁੰਝ ਮਾਰਦਾ ਹੈ, ਫਲ ਵਿੱਚੋਂ ਪਦਾਰਥ ਤਾਂ ਕੋਈ ਨਹੀਂ ਨਿਕਲਦਾ, ਉਹਦੇ ਵਿੱਚ ਚੁੰਝ ਫਸ ਜਾਂਦੀ ਹੈ, ਲਟਕਦਾ ਮਰ ਜਾਂਦਾ ਹੈ। ਇਉਂ ਜਿਹੜਾ ਸਿੰਬਲ ਦਾ ਰੁੱਖ ਹੈ ਨਾ, ਇਉਂ ਤੋਤੇ ਨੂੰ ਮਾਰਦਾ ਹੈ ਉਹ। ਇਹਦੇ ਹੁਣ ਭਾਵ ਅਰਥ ਕੀ ਹੋ ਗਿਆ, ਮੈਂ ਪਹਿਲਾਂ ਸ਼ਬਦ ਤੁਹਾਨੂੰ ਬਾਅਦ ਚ ਪੜ੍ਹ ਕੇ ਸੁਣਾਉਣਾ ਹੈ ਕਿ ਕਹਿਣਾ ਮੈਂ ਕੀ ਚਾਹੁੰਦਾ ਹਾਂ। ਗੁਰਮੁਖੋ, ਜਿਹੜਾ ਜ਼ਮੀਨ ਵਿੱਚ ਉਹਦੇ ਜੜ੍ਹਾਂ ਚਲੀਆਂ ਗਈਆਂ, ਅਸਮਾਨ ਤੱਕ ਬੜਾ ਉੱਚਾ ਹੈ, ਫੁੱਲ ਤੇ ਫਲ ਬੜੇ ਸੋਹਣੇ ਵੇਖਣ ਨੂੰ ਲੱਗਦੇ ਆ, ਇਹਦਾ ਮਤਲਬ ਹੋ ਗਿਆ ਬਾਹਰੀ ਦਿੱਖ। ਅਸੀਂ ਕਹਿੰਦੇ ਬੱਲੇ ਬੱਲੇ ਉਹ ਸਾਧ ਦੀ ਤਾਂ ਬੜੀ ਦੂਰ ਤੱਕ ਪਹੁੰਚ ਹੈ, ਜਿਸ ਤੱਕ ਮਰਜ਼ੀ ਪਹੁੰਚ ਹੋਵੇ, ਕੀ ਫਰਕ ਪੈਂਦਾ ਹੈ। ਉੱਚਾ ਲੰਮਾ ਝੰਟਲਾ ਭਾਈ ਗੁਰਦਾਸ ਨੇ ਕਹਿਣਾ, ਜਿਹੜਾ ਮੈਂ ਸ਼ਬਦ ਪੜ੍ਹਨਾ ਹੈ, ਉਹਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਨੇ, ਅਸਮਾਨ ਨੂੰ ਛੂੰਹਦਾ ਹੈ। ਉਹਦਾ ਜਿੱਡਾ ਮਰਜ਼ੀ ਡੇਰਾ ਹੋਵੇ, ਜਿੰਨੀਆਂ ਮਰਜ਼ੀ ਉਹਦੀਆਂ ਸਰਕਾਰਾਂ ਨਾਲ ਪਹੁੰਚਾ ਹੋਣ, ਜਿੰਨਾ ਮਰਜ਼ੀ ਦੁਨੀਆ ਉਹਦੇ ਕੋਲ ਕਰੋੜਾਂ ਮਗਰ ਲੱਗੀ ਹੋਵੇ, ਯਾਦ ਰੱਖਿਓ ਇਸ ਗੱਲ ਦਾ ਪਰਮਾਤਮਾ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ ਵੀ ਇਸ ਬੰਦੇ ਦੇ ਕੋਲ ਇੰਨੀ ਦੁਨੀਆ ਆਉਂਦੀ ਹੈ, ਇਸ ਬੰਦਾ ਲਿਬਾਸ ਇੰਨਾ ਵਧੀਆ ਹੈ, ਇਹਦੇ ਸਿਰਾਂ ਉੱਤੇ ਸੋਨੇ ਦੇ ਛਤਰ ਝੁਲਦੇ ਨੇ, ਇਹਦੇ ਕੋਲੇ ਰਾਜੇ ਮਹਾਰਾਜੇ ਵਜ਼ੀਰ ਤੇ ਦੁਨੀਆ ਦੀ ਧਨ ਦੌਲਤ ਇਹਦੇ ਕੋਲੇ ਆਉਂਦੀ ਹੈ। ਇੰਨਾ ਕੁਝ ਵੇਖ ਕੇ ਲੋਕ ਪ੍ਰਭਾਵਿਤ ਹੋ ਜਾਂਦੇ। ਆਖਿਰਕਾਰ ਤਾਂ ਕੋਈ ਗੱਲ ਹੈ, ਦੁਨੀਆ ਜਾਂਦੀ ਹੈ ਨਾ, ਮਗਰ ਲੱਗੀ ਹੈ। ਆਹ ਹੈ ਭਾਈ ਗੁਰਦਾਸ ਜੋ ਕਹਿਣਾ ਚਾਹੁੰਦੇ ਆ। ਕਹਿੰਦੇ ਉੱਚਾ ਲੰਮਾ ਝੰਟਲਾ ਵਿੱਚ ਬਾਗ ਦਸੰਦਾ, ਸਿੰਬਲ ਦਾ ਰੁੱਖ ਬੜਾ ਉੱਚਾ ਹੈ, ਉੱਚਾ ਲੰਮਾ ਝੰਟਲਾ ਵਿੱਚ ਬਾਗ ਦਸੰਦਾ, ਮੋਟਾ ਮੁੱਢ ਪਤਾਲ ਜੜ ਬੋ ਗਰਭ ਕਰੰਤਾ, ਪੱਤ ਸਪੱਤਰ ਸੋਹਣੇ ਵਿਸਥਾਰ ਬਣੰਦਾ। ਤੇ ਭਾਈ ਸਾਹਿਬ ਜੀ ਕਹਿੰਦੇ ਨੇ ਫੁੱਲ ਰੱਤੇ, ਇਹਦੇ ਲਾਲ ਫੁੱਲ ਹੁੰਦੇ ਆ, ਫਲ ਬਕ ਬਕੇ, ਫੁੱਲ ਰੱਤੇ ਫਲ ਬਕ ਬਕੇ ਹੋਏ ਆ ਫਲ ਫਲੰਦਾ, ਸਾਵਾ ਤੋਤਾ ਚੂਹ ਚੂਹਾ ਤਿਸ ਦੇਖ ਭਲੰਦਾ। ਜਿਹੜਾ ਸਧਾਰਨ ਬੰਦਾ ਨਾ ਵਿਚਾਰਾ, ਜਿਹਨੂੰ ਨਹੀਂ ਕਿਸੇ ਗੱਲ ਦੀ ਸਮਝ, ਉਹ ਭੁੱਲ ਜਾਂਦਾ ਹੈ, ਤੋਤੇ ਵਾਂਗੂ ਉਹ ਭੁੱਲ ਜਾਂਦਾ ਬਾਹਰੋਂ ਦੇਖ ਵੇਖ ਕੇ। ਭਾਈ ਗੁਰਦਾਸ ਜੀ ਕਹਿੰਦੇ ਸਾਵਾ ਤੋਤਾ ਚੂਹ ਚੂਹਾ ਤਿਸ ਦੇਖ ਭਲੰਦਾ, ਪਿੱਛੋਂ ਦੇ ਪਛਤਾਏ ਦਾ ਉਹ ਫਲ ਨਾ ਲਹੰਦਾ। ਉਦੋਂ ਉਹਨੂੰ ਪਤਾ ਲੱਗ ਜਾਂਦਾ ਬੰਦਿਆਂ ਨੂੰ, ਬਾਅਦ ਵਿੱਚ ਜਿਹਨੂੰ ਪਿਤਾ ਪਿਤਾ ਕਹਿੰਦੇ ਸੀ, ਪਿਤਾ ਤੇ ਕਿੰਨੀਆਂ ਬਲਾਤਕਾਰਾਂ ਚ ਅੰਦਰ ਚਲਿਆ ਗਿਆ, ਮੋਟਾ ਮੁੱਢ ਪਤਾਲ ਜੜ ਬਣਿਆ ਸੀ ਨਾ। ਉਦੋਂ ਪਤਾ ਲੱਗਾ ਜਦੋਂ ਜਿਹਨੂੰ ਬਾਪੂ ਬਾਪੂ ਕਹਿੰਦੇ ਸੀ, ਬਾਪੂ ਬਾਪੂ ਕਹਿ ਕੇ ਲੋਕੀ ਉਹਦੇ ਕੋਲ ਜਾਂਦੇ ਸੀ, ਜਦੋਂ ਬਾਪੂ ਦਾ ਪਤਾ ਲੱਗਿਆ ਵੀ ਬਾਪੂ ਤੇ ਆਪਣਾ ਹੀ ਪਰਿਵਾਰ ਵਿੱਚ ਲਾਈ ਬੈਠਾ ਸੀ ਕਰਮ, ਉਹ ਸਾਰੇ ਜਿਹੜੇ ਵਿਭਚਾਰਾਂ ਦੇ ਵਿੱਚ ਧੀ ਵੀ ਲਾਈ ਸੀ, ਧੀ ਪੁੱਤ ਵੀ ਲਾਇਆ ਸੀ ਤੇ ਮਾਂ ਵੀ ਲਾਈ ਸੀ, ਉਹ ਬਾਪੂ ਮੁੜ ਕੇ ਕਿੱਧਰ ਚਲਿਆ ਗਿਆ। ਮੈਂ ਤਾਂ ਉਹਦਾ ਪ੍ਰਮਾਣ ਇਸ ਕਰਕੇ ਨਾਲ ਹੀ ਦੇ ਦਿੰਦਾ ਵੀ ਗੱਲ ਉਸੇ ਵੇਲੇ ਸੁਰਤ ਚ ਆ ਜਾਂਦੀ ਵੀ ਮੈਂ ਕਹਿਣਾ ਕੀ ਚਾਹੁੰਦਾ। ਕਿ ਸਿੰਬਲ ਦੇ ਰੁੱਖ ਬਣ ਕੇ ਜਿਹੜੇ ਬਾਹਰੋਂ ਵਿਖਾਉਂਦੇ ਆ, ਉਹ ਫਿਰ ਲੋਕ ਭੁੱਲ ਗਏ ਵੀ ਅਸੀਂ ਤਾਂ ਕੁਝ ਹੋਰ ਸਮਝ ਕੇ ਆ ਗਏ ਸੀ। ਫਿਰ ਸਾਵਾ ਤੋਤਾ ਚੋਹ ਚੂਹਾ ਤਿਸ ਦੇਖ ਭਲੰਦਾ, ਪਿੱਛੋਂ ਦੇ ਪਛਤਾਏ ਦਾ ਉਹ ਫਲ ਨਾ ਲਹੰਦਾ। ਉਹ ਜਿਹੜੀ ਕੰਮ ਵਾਸਤੇ ਗਏ ਸੀ, ਕਹਿੰਦੇ ਸਾਨੂੰ ਤੇ ਮਿਲਿਆ ਹੀ ਉੱਥੋਂ ਉਹ ਕੁਝ ਨਹੀਂ, ਅਸੀਂ ਤਾਂ ਆਪਣੇ ਪੱਲੇ ਬਦਨਾਮੀ ਖੱਟ ਕੇ ਆ ਗਏ ਹਾਂ। ਜੋ ਸਤਿਗੁਰੂ ਦੀ ਬਾਣੀ ਅੱਜ ਕਹਿ ਰਹੀ ਹੈ, ਬੜੇ ਡੂੰਘੇ ਸ਼ਬਦ ਨੇ ਬਾਬਾ ਫਰੀਦ ਸਾਹਿਬ ਨੇ ਜਿਹੜੇ ਅੱਜ ਵਰਤੇ ਹੈ।
बाहरों बड़े सौखे जे लगते है कि सौरे ढोई नाल है पईए ना ही थाओ, कि फिर वातरी ने पूछे धन सुहागण ना हो। बाहरों बड़े सौखे जे लगते जे, बड़े गहरे भाव ने। सिखा तू जो कुछ बाहरों दिखा रहा विखावा ना कर, जो गुरु कहता है तू वो कर। मैं समाप्ति करने वाले बन्ने आ रहा है। 2 गुरु गोबिंद सिंह के बचन मैं तुहानू अज सुनाने हैं। जिहड़ा असीं अमृत वेले नितनेम करते हैं ना, ਉਹਦੇ ਚ ਅਸੀਂ ਜਾਪ ਸਾਹਿਬ ਤੋਂ ਬਾਅਦ ਸਵਈਏ ਪੜ੍ਹਦੇ ਹਾਂ। ਜਾਪ ਸਾਹਿਬ ਤੇ ਸਵਈਏ ਇਹ ਗੁਰੂ ਗੋਬਿੰਦ ਸਿੰਘ ਦੀ ਬਾਣੀ ਹੈ। 33 ਸਵਈਏ, 33 ਸਵਈਆਂ ਵਿੱਚੋਂ ਜਿਹੜੇ ਅਸੀਂ ਅੰਮ੍ਰਿਤ ਵੇਲੇ ਪੜ੍ਹਦੇ ਨਾ ਜਾਪ ਸਾਹਿਬ ਤੋਂ ਬਾਅਦ, ਉਹ 33 ਸਵਈਆਂ ਵਿੱਚੋਂ 10 ਸਵਈਏ ਨੇ। ਉਹਨਾਂ 33 ਸਵਈਆਂ ਵਿੱਚੋਂ ਮੈਂ ਤੁਹਾਨੂੰ 2 ਸਵਈਏ ਮਹਾਰਾਜ ਦੇ ਸੁਣਾਉਣੇ ਆ ਅੱਜ ਦੇ ਸ਼ਲੋਕਾਂ ਦੀ ਵਿਆਖਿਆ ਕਰਨ ਲਈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ कि काहे को डिंब करे मन मूर्ख, डिंब करे अपनी पत खवाए हैं, धन सुहागण नाओ अखवाउण वालिया। आ ध्यान रखी, डिंब दा अर्थ है पखंड करना। काहे को डिंब करे मन मूर्ख, डिंब करे अपनी पत खवाए हैं, काहे को लोग ठगे ठग लोगन, लोग गयो पर लोग गवाए हैं, सौरे ढोई नाल लै पईए ना ही थाओ। जो बाबा फरीद साहब कहते उन्होंने गुरु गोबिंद सिंह कह रहे हैं कि काहे को डिंब करे मन मूर्ख, डिंब करे अपनी पत खवाए हैं, काहे को लोग ठगे ठग लोगन, लोग गयो पर लोग गवाए हैं, दीन दयाल की ठौर जहां। जे तू धन सुहागण नाम बनना ना, फिर दीन दयाल की ठौर जहां, जिथे वाहिगुरू परमात्मा दा टिकाणा है, मारे कहते उत्थे पहुंचण लई तैनूं कुछ करना पैना है। दीन दयाल की ठौर जहां, तै ठौर विखै तोहे ठौर न ऐ है, काहे को सतगुरु मारे कहते काहे को लोग ठगे ठग लोगन, लोग गयो पर लोग गवाए हैं। बाबा फरीद साहब कह रहे हैं कि सौरे ढोई नाल है पईए ना ही थाओ। ਇਹਦਾ मतलब कि लोक ते परलोक। गुरु गोबिंद सिंह महाराज कहते काहे को लोग डगे ठग लोगन, लोग गयो पर लोग गवाए हैं। तू अपना लोक भी गवा लिया ते परलोक भी गवा लिया। दूसरा सवैया एक होर महाराज दा, ਉਹਦੇ ਚ ਮਾਰੇ ਕਹਿੰਦੇ ਆਖਣ ਭੀਤਰ ਤੇਲ ਕੋ ਡਾਰ ਸੋ ਲੋਗਣ ਨੀਰ ਬਹਾਏ ਦਿਖਾਵੇ। ਇਹਦੇ ਮੈਂ ਅਰਥ ਤਾਂ ਕਰ ਦਿਆਂਗਾ, ਥੋੜਾ ਜਿਹਾ ਅਰਥ ਕਰਨੇ ਪੈਣੇ ਆ। ਆਖਣ ਭੀਤਰ, ਆਖਾਂ ਦੇ ਵਿੱਚ ਭੀਤਰ ਮੈਨੇ ਵਿੱਚ, ਤੇਲ ਕੋ ਡਾਰ। ਕਈ ਬੰਦੇ ਕੀ ਕਰਦੇ ਐ ਕਿ ਲੋਕਾਂ ਤੇ ਪ੍ਰਭਾਵ ਪਾਉਣ ਲਈ, ਲੋਕਾਂ ਨੂੰ ਮਗਰ ਲਾਉਣ ਦੇ ਲਈ ਉਹ ਆਪਣੇ ਅੱਖਾਂ ਵਿੱਚ ਇਉਂ ਕਹਿ ਲਓ ਤੇਲ ਪਾ ਲੈਂਦੇ ਥੋੜਾ ਜਿਹਾ। ਵੈਸੇ ਪਾਉਣ ਦੀ ਵੀ ਲੋੜ ਨਹੀਂ ਪੈਂਦੀ। ਸਰੋਂ ਹੋਵੇ ਨਾ ਜਿਹੜੀ ਅਸਲੀ ਸਰੋਂ, असली सरों का तेल कढ़िया होवे ते माड़ा जिहा हत्थां नूं ला के अपने चेहरे ते ला के वेखो किवें फिर साड़ पैंदा, अखां चों पानी किवें चलदा। आपां पता ही आपां सारिआं नूं। महाराज कहंदे ने, गुरु गोबिंद सिंह महाराज कहंदे, ओ पखंडिया तू अपणियां अखां विच तेल पा के सिर्फ पखंड कर रहा है। तेरे अखां विचों तबक तबक करदा नीर वगदा ते लोकी कहंदे बल्ले बल्ले विराग चलिया गया। ये सारिआं ते गल नहीं टुकदी, क्योंकि अज गल चल रही सिर्फ पखंड उत्ते। बाबा फरीद साहब जो कह रहे हैं कि धन सुहागण नाव ते रखा लिया, पर सुहागण बन तां सही। अज दी गल अपनी कर्मकांड पखंड ते चल रही है। पर जो यही असी गल कहनी होगी गुरु ग्रंथ साहब की बाणी चों, जो अगे चल के शब्द आने बिरहा, बिरहा की है बिरहा तू सुल्तान। उत्थे बिरहा दा अर्थ है जिहदे अंदरों बिरहा पैदा ही नहीं होया, वो तन नहीं, उत्ते मसान मड़ी है। ये बाबा फरीद साहब के अगे जाके श्लोक आने हैं। वो गुरमुखों किते शब्द सुनते हैं, कीर्तन सुनते हैं, पाठ सुनते हैं, गुरु गोबिंद सिंह महाराज के बच्चों की शहादत सुनते हैं, किते अखां च पानी आ जाए तो उन्होंने असीं पखंड नहीं कहांगे। वो एक वैराग है कि कोई गल एडी वड्डी गुरु की चलती होवे, शहादत की चलती होवे, साहिबजादे की चलती होवे, सुभाविक साडियां अखां विचों पानी आ जाए, उस नूं असीं इस गल ते नहीं टिकावांगे भी पखंड करता है। वो चीज़ एक होर है। इत्थे महाराज कह रहे हैं आखण भीतर तेल को डार सो लोगन नीर बहाए दिखावे। महाराज कहते अखां च तेल पा के पखंड करन वालिया, लोग तेनू वेख के कहते बल्ले बल्ले बड़ा साध विराग चलिया गया। आखण भीतर तेल को डार सो लोगन नीर बहाए दिखावे, जो धनवान लखै निज सेवक। धन सुहागण नाम अखवाउण वालिया, जो धनवान लखै निज सेवक। जो पता लग्या भी ये हथ में टैची है ना, ये डॉलर ने तो अमेरिका तो आया है। मैं सीधे अर्थ कर लग्या। जो पता लगे ना भी ये बाहरों अमेरिका तो आया, ये कोले डॉलर ने, फिर बाबा कहता अंदरले कमरे च लै जाओ, अंदरले कमरे जो अपना स्पैशल है। तो सेवादारां नूं कहंदा भी उत्थे लियाओ मठियाइयां, दुध बना उत्थे लियाओ जे, क्योंकि बाहरों आया ना। वो सिर्फ सेवा डॉलरां दी हो रही है, बंदे दी नहीं हो रही।
ਮੈਂ ਤਾਂ ਹੈਰਾਨ ਆ, ਗੁਰੂ ਗੋਬਿੰਦ ਸਿੰਘ ਮਾਰੇ 33 ਸਵਈਏ ਜਿਹੜੇ ਨੇ ਨਾ, ਉਹਨਾਂ 'ਚ ਵੀ ਗੁਰੂ ਗੋਬਿੰਦ ਸਿੰਘ ਨੇ ਕਮਾਲ ਹੀ ਕਰ ਦਿੱਤੀ ਹੈ। ਮਹਾਰਾਜ ਇੱਥੇ ਕਹਿ ਰਹੇ ਨੇ, ਜੋ ਧਨਵਾਨ ਲਖੈ ਨਿਜ ਸੇਵਕ। ਜਿਹੜਾ ਧਨਵਾਨ ਵੇਖਿਆ ਨਾ ਵੀ ਬੱਲੇ ਬੱਲੇ ਬੜੀ ਤਗੜੀ ਸਾਮੀ ਆਈ ਹੈ, ਮਹਾਰਾਜ ਕਹਿੰਦੇ ਜੋ ਧਨਵਾਨ ਲਖੈ ਨਿਜ ਸੇਵਕ ਤਾਹੇ ਪਰੋਸ ਪ੍ਰਸ਼ਾਦ ਜਮਾਵੈ। ਉਹਦੇ ਅੱਗੇ ਆਪ ਬਾਬਾ ਭੱਜਾ ਫਿਰਦਾ, ਕਹਿੰਦਾ ਜੀ ਲਓ ਪ੍ਰਸ਼ਾਦਾ ਛਕੋ ਜੀ, ਦੁੱਧ ਪੀਓ ਜੀ। ਅਗਲਾ ਸ਼ਬਦ ਵੇਖੋ, ਮਹਾਰਾਜ ਕਹਿੰਦੇ ਜੋ ਧਨਵਾਨ ਲਖੈ ਨਿਜ ਸੇਵਕ ਤਾਹੇ ਪਰੋਸ ਪ੍ਰਸਾਦ ਜਮਾਵੈ। ਜੋ ਧਨਹੀਣ ਲਖੈ, ਪਾਟੇ ਜੇ ਕੱਪੜੇ ਬੰਦੇ ਦੇ, ਰੁਪਈਆ ਉਹਦੇ ਕੋਲ ਇੱਕ ਨਹੀਂ, ਉਹ ਕਹਿੰਦਾ ਮੈਂ ਬਾਬਾ ਜੀ ਦਰਸ਼ਨ ਕਰਨੇ ਆ, ਤੇ ਸੇਵਾਦਾਰ ਧੱਕਾ ਮਾਰ ਕੇ ਬਾਹਰ ਕੱਢ ਦੇ, ਕਿੱਥੋਂ ਆਇਆ ਓਏ, ਬਾਬਾ ਤੇਰੇ ਵਰਗਿਆਂ ਨੂੰ ਨਹੀਂ ਮਿਲਦਾ। ਉਹਦਾ ਉਹ ਅੱਗੇ ਅੰਦਰ ਬੈਠੇ ਹੋਏ ਆ, ਹੋਰ ਬੜੇ ਉਹਦੇ ਕੋਲੇ ਆਏ ਭਗਤੀ 'ਚ ਲੱਗੇ ਹੋਏ ਆ। ਮਹਾਰਾਜ ਕਹਿ ਰਹੇ ਨੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਮੈਂ ਕੋਲੋਂ ਕੁਝ ਨਹੀਂ ਕਹਿ ਰਿਹਾ। ਮਹਾਰਾਜ ਕਹਿੰਦੇ ਨੇ ਜੋ ਧਨਹੀਣ ਲਖੈ, ਜਿਹੜੇ ਬੰਦੇ ਕੋਲੇ ਪੈਸਾ ਨਹੀਂ, ਧਨ ਨਹੀਂ, ਗਰੀਬ ਹੈ ਵਿਚਾਰਾ, ਤੇ ਉਹ ਤਰਲੇ ਲੈਂਦਾ ਬਾਬਾ ਜੀ ਦੇ ਦਰਸ਼ਨ ਕਰਾ ਦਿਓ। ਮਹਾਰਾਜ ਕਹਿੰਦੇ ਮੰਗਤ ਜਾਤ ਮੁਖੋਂ ਨਾ ਦਿਖਾਵੇ। ਉਹ ਤਰਲੇ ਲੈ ਰਿਹਾ ਪਰ ਉਹਨੂੰ ਵਿਚਾਰੇ ਨੂੰ ਦਰਸ਼ਨ ਹੀ ਨਹੀਂ ਹੋ ਰਹੇ। ਇੱਕ ਉਹ ਹੈ ਜਿਹਦੇ ਕੋਲੇ ਧਨਵਾਨ ਪਤਾ ਨਹੀਂ ਕਿੱਥੋਂ ਲੁੱਟਾ ਮਾਰਾ ਕਰਕੇ ਲਿਆਇਆ ਹੈ, ਉਹਦਾ ਟੈਚੀ ਵੇਖ ਕੇ ਬਾਬਾ ਕਹਿੰਦਾ ਮੇਰੇ ਵਾਲੇ ਕਮਰੇ 'ਚ ਲੈ ਜਾਓ, ਉੱਥੇ ਜਾ ਕੇ ਇਹਨੂੰ ਪ੍ਰਸ਼ਾਦਾ ਪਾਣੀ ਛਕਾਓ, ਇਹਦੀ ਸੇਵਾ ਕਰੋ। ਮਹਾਰਾਜ ਕਹਿੰਦੇ ਹੋ ਇਹ ਗੱਲ ਤੂੰ ਲੋਕਾਂ ਤੇ ਪ੍ਰਭਾਵ ਪਾ ਸਕਦਾ ਹੈ, ਪਰ ਚੇਤਾ ਰੱਖੀ ਕਾਹੇ ਕੋ ਲੂਟਤ ਹੈ ਪਸ ਲੋਗਣ ਕੋ। ਇੱਥੇ ਪਸ ਸ਼ਬਦ ਮਾਜ ਨੇ ਵਰਤਿਆ, ਪਸ ਦਾ ਅਰਥ ਹੈ ਪਸ਼ੂ। ਉਹ ਗੁਰੂ ਗੋਬਿੰਦ ਸਿੰਘ ਕਹਿੰਦੇ ਪਸ਼ੂਆ, ਸਿੱਧੇ ਸ਼ਬਦ ਨੇ। ਮਹਾਰਾਜ ਕਹਿੰਦੇ ਪਸ਼ੂਆ, ਲੋਕਾਂ ਨੂੰ ਤੂੰ ਇਹ ਪਖੰਡ ਕਰ ਕਰਕੇ ਠੱਗ ਠੱਗ ਕੇ ਜੋ ਵਿਖਾ ਰਿਹਾ, ਚੇਤੇ ਰੱਖੀ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਸਭ ਕੁਝ ਪਤਾ ਲੱਗ ਰਿਹਾ ਵੀ ਤੂੰ ਕੀ ਕਰ ਰਿਹਾ। ਕਾਹੇ ਕੋ ਲੂਟਤ ਹੈ ਪਸ ਲੋਗਣ ਕੋ, ਉਹ ਲੋਕਾਂ ਨੂੰ ਲੁੱਟਣ ਵਾਲਿਆ ਪਸ਼ੂਆ। ਮਹਾਰਾਜ ਕਹਿੰਦੇ ਕਬਹੂ ਨਾ ਪਰਮੇਸ਼ਰ ਕੇ ਗੁਣ ਗਾਵੇ। ਉਹ ਪਰਮੇਸ਼ਰ ਦੇ ਗੁਣ ਤੇ ਤੂੰ ਕਦੀ ਗਾਏ ਨਹੀਂ, ਇਹ ਲੋਕਾਂ ਨੂੰ ਕਾਦੇ ਸਾਂਗ ਕਰ ਕਰਕੇ ਵਿਖਾ ਰਿਹਾ ਹੈ। ਖੈਰ ਅੱਜ ਦੇ ਜੋ ਸ਼ਬਦ ਨੇ ਨਾ ਬਾਬਾ ਫਰੀਦ ਸਾਹਿਬ ਜੀ ਦੇ, ਮੈਂ ਇੱਕ ਵਾਰ ਫਿਰ ਉਹਨਾਂ ਸ਼ਬਦਾਂ ਨੂੰ ਦੁਹਰਾਉਣ ਲੱਗਿਆ। ਗੁਰਮੁਖੋ, ਬਾਬਾ ਫਰੀਦ ਸਾਹਿਬ ਕਹਿ ਰਹੇ ਨੇ ਕਿ ਸਹੁਰੇ ਢੋਈ ਨਾ ਲਹੈ ਪਈਏ ਨਾ ਹੀ ਥਾਉ। ਉਹ ਜੀਵ ਜਿਹੜੇ ਨੇ ਜਿਨ੍ਹਾਂ ਨੂੰ ਜੇ ਪਰਮਾਤਮਾ ਵਾਹਿਗੁਰੂ ਦੇ ਭੈ ਭਾਵਨੀ ਵਿੱਚ ਨਹੀਂ ਚੱਲਦੇ, ਤੇ ਮਹਾਰਾਜ ਕਹਿੰਦੇ ਨਾ ਲੋਕ ਵਿੱਚ ਢੋਈ ਨਾ ਪਰਲੋਕ ਵਿੱਚ ਢੋਈ, ਨਾ ਕੰਤ ਪਰਮਾਤਮਾ ਵਾਹਿਗੁਰੂ ਨੇ ਕਦੀ ਬਾਤ ਪੁੱਛੀ ਉਹਨਾਂ ਦੀ। ਤੇ ਧਨ ਸੁਹਾਗਣ ਨਾਉ ਰਖਾ ਕੇ ਜਿੰਨਾ ਮਰਜ਼ੀ ਤੁਰੇ ਫਿਰਨ, ਧਨ ਸੁਹਾਗਣ ਨਾਉ ਰਖਾਉਣ ਨਾਲ ਕੁਝ ਨਹੀਂ ਹੋਣਾ। ਫਿਰ ਗੁਰੂ ਨਾਨਕ ਸਾਹਿਬ ਉਹਦੀ ਵਿਆਖਿਆ ਕਰਦੇ ਨੇ ਕਿ ਸਹੁਰੇ ਪਈਏ ਕੰਤ ਕੀ ਕੰਤ ਅਗੰਮ ਅਥਾ। ਉਹ ਪਰਮਾਤਮਾ ਵਾਹਿਗੁਰੂ ਨੂੰ ਭਾ ਜਾਣ ਵਾਲੀਆਂ ਜੀਵ ਰੂਪੀ ਇਸਤਰੀਆਂ, ਅਥਾਹ ਪਰਮਾਤਮਾ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਨ੍ਹਾਂ ਨੇ ਉਹਦੀ ਭੈ ਭਾਵਨੀ ਕਬੂਲ ਕਰ ਲਈ। ਮਹਾਰਾਜ ਕਹਿੰਦੇ ਨਾਨਕ ਸੋ ਸੁਹਾਗਣੀ, ਉਹ ਹੈ ਭਗਤ, ਉਹ ਹੈ ਸੰਤ, ਉਹ ਹੈ ਗੁਰਸਿੱਖ, ਉਹ ਹੈ ਗੁਰਮੁਖ, ਉਹ ਹੈ ਬ੍ਰਹਮ ਗਿਆਨੀ, ਜੋ ਭਾਵੈ ਬੇਪਰਵਾਹ, ਜੋ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨੂੰ ਭਾ ਗਿਆ। ਫਿਰ ਬਾਬਾ ਫਰੀਦ ਸਾਹਿਬ ਕਹਿੰਦੇ ਨਾਤੀ ਧੋਤੀ ਸੰਭਈ ਸੁੱਤੀ ਆਏ ਨਚਿੰਦ, ਨਹਾ ਧੋ ਕੇ ਫੱਬ ਕੇ ਬਾਹਰੋਂ ਸ਼ਿੰਗਾਰ ਕਰ ਲੈ। ਪਰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਉਹ ਸੌਂ ਗਈ ਵਿਕਾਰਾਂ ਦੇ ਵਿੱਚ, ਔਗੁਣਾਂ 'ਚ ਸੌਂ ਗਈ ਜੀਵ ਰੂਪੀ ਇਸਤਰੀ। ਗਈ ਕਥੂਰੀ ਗੰਧ ਰਹੀ ਸੁਬੇੜੀ ਹੰਗਦੀ, ਗਈ ਕਥੂਰੀ ਗੰਧ ਸੌਂ ਗਏ। ਤੇ ਸਾਰੇ ਸੁੱਤੇ ਪਏ ਗੁਰਮੁਖੋ ਅਸੀਂ, ਸੁਤਲੇ ਆਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇਜ ਜਾ ਗੰਜ ਰਸਨਾ ਨਾਮ ਉਚਾਰਨੇ। ਸਤਿਗੁਰੂ ਮਹਾਰਾਜ ਕਹਿੰਦੇ ਏਕਾ ਸੇਜ ਵਿਸ਼ੀ ਧਨ ਕੰਤਾ, ਧਨ ਸੂਤੀ ਪਿਰ ਸਤ ਜਾ ਗੰਤਾ, ਪੀਓ ਮਧੁਰੋ ਧਨ ਮਤਵੰਤਾ, ਧਨ ਜਾਗੈ ਜੇ ਪਿਰ ਬੁਲੰਤਾ। ਮਹਾਰਾਜ ਕਹਿੰਦੇ ਉਸ ਦਿਨ ਜੀਵ ਜਾਗਦਾ ਜਦੋਂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨੇ ਆਵਾਜ਼ ਮਾਰੀ। ਮੈਂ ਹੁਣ ਸਮਾਪਤੀ ਕਰਨ ਲੱਗਿਆ, ਥੋੜੇ ਜਿਹੇ ਸ਼ਬਦ ਕਹਿਣੇ ਨੇ। ਇਸ ਦੀ ਸਾਰੀ ਸਮਾਪਤੀ ਕਰਨ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਗੁਰੂ ਅਮਰਦਾਸ ਮਹਾਰਾਜ ਜੀ, ਹੁਣ ਆਹ ਭਾਵਨਾ ਬਣਾਈਏ, ਜੇ ਸੱਚਮੁੱਚ ਅਸੀਂ ਗੁਰਸਿੱਖ ਬਣਨਾ ਹੈ ਨਾ, ਤੇ ਆਹ ਭਾਵਨਾ ਬਣਾਈਏ। ਮਹਾਰਾਜ ਕਹਿੰਦੇ ਨੇ ਸਭੈ ਕੰਤੈ ਰਤੀਆਂ। ਵੇਖੋ ਗੁਰੂ ਮਹਾਰਾਜ ਦੇ ਬਚਨ ਕਿੰਨੇ ਭਾਵਨਾ ਵਾਲੇ ਨੇ। ਇੰਨੇ ਪਰਮਾਤਮਾ ਨਾਲ ਇੱਕ ਮਿਕਤਾ ਹਾਸਲ ਕਰਨ ਵਾਲਾ ਗੁਰੂ ਪਰਮੇਸ਼ਰ ਦਾ ਰੂਪ, ਰੱਬ ਦਾ ਰੂਪ, ਪਰਮੇਸ਼ਰ ਦਾ ਰੂਪ ਸਤਿਗੁਰੂ ਹੋਣ, ਤੇ ਸ਼ਬਦ ਇਹ ਵਰਤਨ ਕਿ ਸੇਜੈ ਕੰਤੈ ਰਤੀਆਂ ਮੈਂ ਦੁਹਾਗਣ ਕਿਤ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵਾਹਿਗੁਰੂ ਮੈਂ ਦੁਹਾਗਣ ਹਾਂ। ਇੱਥੇ ਪੱਲੇ ਕੁਝ ਨਹੀਂ ਤੇ ਵੱਡੇ ਵੱਡੇ ਬੋਰਡ ਲੱਗੇ ਨੇ, ਉਹ ਪਰਮੇਸ਼ਰ ਦਾ ਰੂਪ ਨੇ। ਉਹ ਕਹਿੰਦੇ ਮੈਂ ਦੁਹਾਗਣ ਆ। ਕਿਹੜਾ ਰੀਸ ਕਰ ਲੇਗਾ ਵੀ ਗੁਰੂ ਦੀ। ਮਹਾਰਾਜ ਕਹਿ ਰਹੇ ਨੇ, ਗੁਰੂ ਅਮਰਦਾਸ ਕਹਿੰਦੇ ਨੇ ਸਭੈ ਕੰਤੈ ਰਤੀਆਂ। ਵਾਹਿਗੁਰੂ ਸਾਰੀਆਂ ਆਪਣੇ ਕੰਤ ਪਤੀ ਦੇ ਨਾਲ ਰਤੀਆਂ ਹੋਈਆਂ ਨੇ, ਰੰਗੀਆਂ ਹੋਈਆਂ ਨੇ। ਮੈਂ ਦੁਹਾਗਣ ਕਿਤ, ਮੈਂ ਦੁਹਾਗਣ ਕਿਹੜੇ ਲੇਖੇ ਵਿੱਚ ਆਉਂਦੀ ਹਾਂ?
फिर महाराज गुरु अमरदास कहते ने, मैं तन अवगण एतड़े, गुरु अमरदास, मैं तन अवगण एतड़े, मेरे विच इन्ने अवगण ने, कंत ना फेरे चित, परमात्मा मेरे वाले कदी मुख ही नहीं करता, मैं तो अवगुणा दी भरी पई हां। गुरु अमरदास कह रहे हैं। जदों असीं महाराज की बाणी देखते हैं तो सच्चे पातशाह महाराज जी कहते हैं, हे वाहिगुरू अकाल पुरख परमेश्वर जीओ, भगत रविदास जी का भी अज जन्म दिहाड़ा तो गुरु हरराए साहब का प्रकाश पुरब भी है। सिर्फ मैं हाजरी लवाउणी है, शब्द की समाप्ति करदे आया। भगत रविदास जी का शब्द लै लेने, उन्होंने हाजरी लग जाएगी। सह की सार सुहागण जाना, गुरसिख जानदा अपने गुरु की कदर नूं। जदों उन्होंने कहा गया ना भी तैनूं हीरा हूरा मिलणगियां, राज भाग मिलेगा, हवेलियां मिलणगियां, तैनूं इको काम कर दे भी आ केस तेरे कटने आ, केस कट्टण की प्रवानगी दे दे, तेरे केस कटने आ, जो कुछ चाहिए मिल जाएगा। वो कहता मेरा खोपर ला लो, मैं केस नहीं लैण देने। ये है धन सुहागण नाम, ये है नानक सो सुहागणी जो भावै बेपरवाह। भाई तारू सिंह ने कहा मैं खोपर तो लैण लहाउणा प्रवान कर लवांगा, पर मेरे केसां नूं कौन ला सकता है। इत्थे बाबा भगत रविदास जी कहते हैं, सह की सार, सार महीने का कदर, पति की कदर किनू होवे, जो सुहागण है। गल फिर उत्ते अपने सिख ते गुरु के रिश्ते उत्ते आ जानी है, भाव अर्थ ही बनने अपने। भगत रविदास जी कहते सह की सार सुहागण जानै, तज अभिमान सुख रलियां माणै, तन मन दे न अंतर राखै। वो गुरु ते सिख का इन्ना प्रेम बन जाता है, जिवें पति पत्नी का इन्ना प्यार है कि कोई अंतर नहीं। महाराज कहते तन मन दे, सिख अपना तन मन गुरु नूं दे के अंतर ना अंतर राखै, रही मात्र भी कोई अंतर नहीं विच रह जाता। ओदे तन मन दे ना अंतर राखै, अवरा देख ना सुने अभाखै। वो सुहागण नहीं हो सकती जिहड़ी अपने पति की बदनामी सुनती होवे। उहनूं कौन सुहागण कहदा है? वो तेरे पति दियां बदनामियां करते होण लोग, तो तू काहदी सुहागण है जे तेरे पति की तू अपने कन्नां राहीं बदनामी सुने। तां अखरी अर्थ ये ने ते भाव अर्थ की हो गए? वो काहदा सिख है जिहड़ा अपने गुरु महाराज जी की निंदिया सुनी जा रहा है, अपने गुरु महाराज जी दे बखतोई सुनी जा रहा है। मार के काला तू सिख है भाई, अंतर देख ना अवरा भाकै। भगत रविदास जी कहते सह की सार सुहागण जाने, तज अभिमान सुख रलियां माणे, तन मन दे ना अंतर राखै, अवरा देख ना सुने अभाखै। एड़ा शब्द अगेतर लग गया। माड़ी बोली कदी सिख अपने गुरु के प्रति ना बोलता है ते ना सुनता है। फिर भगत जी कहते ने, हे वाहिगुरू परमात्मा, इनू जान कौन सकता है? भगत रविदास जी कहते ने, हे वाहिगुरू परमात्मा, जिहदे अंदर तू सो कत जाने पीर पराई, जां के अंतर दर्द ना पाई। कौन इस गल नूं समझे जिहदे अंदर वाहिगुरू परमात्मा तो दर्द ही नहीं पाया। दुखी दुहागण दोए पखहीनी, जिन नाह निरंतर भगत ना कीनी। यह रविदास भगत जी का शब्द सी कि वह असल में जिहड़ियां जीव रूपी इस्त्रियां ने, जिन्होंने परमात्मा वाहिगुरू परमेश्वर की कदर जान लई, वो अपने मालक के दर का कदी दर नहीं छड्डदियां। वो सिख अपने गुरु का कदी दर नहीं छड्डदा। जो धन सुहागण नाउं नहीं रखाउण नाल कुछ गल बन जानी। बस नानक सो सुहागणी जे भावै बेपरवाह। जे परमात्मा नूं भा जावांगे तो तां सिख हां, तां गुरसिख हां, तां सारे शब्द जिहड़े जो भी ढकालो ढुकदे ने, जे असीं ओनूं भा गए। सतगुरु गुरु हर राय सच्चे पातशाह। 2 मिनट गुरमुखो टका बनाओ जे, आपां समाप्ति कर लगे हैं। गुरु हर राय साहब सच्चे पातशाह महाराज जी, मैं सिर्फ एक निक्की जी गल कह के ते समाप्ति कर देनी है। गुरु हर राय सच्चे पातशाह महाराज जी कीरतपुर साहब ने ते महाराज ना संगतां नूं तार रहे ने, उपदेश दे रहे ने। इधरों की होया भी संगतां जोटियां बना के ना, जोटी का मतलब हुंदा भी शब्द बोलने। तो पहलां इस तरह ही हुंदा, जो संगतां जांदियां सी खड़तालां जोड़ियां लैके शब्द पढ़ते पढ़ते संगत जाती हुंदी सी महाराज दे घर विच। संगतां ने जोटियां बना के बाणी दे शब्द पढ़दियां पढ़दियां आ रही सी ते गुरु हर राय साहब सच्चे पातशाह पलंग ते विराजमान सन। महाराज दे कन्नां विच आवाज़ पई गुरु की बाणी दी। गुरु साहब अजे गुरता गद्दी गुरु ग्रंथ साहब कोले नहीं, अजे गुरु धन गुरु हर राय सच्चे पातशाह महाराज जी शरीरक तौर पर इवें कह लो गुरु जोत अजे शरीर में वरत रही है। पर वेख्यो जे गुरु हराए सच्चे पातशाह महाराज जी का गुरु ग्रंथ प्रति, इस बाणी के प्रति सत्कार,
ਕੰਨਾਂ 'ਚ ਆਵਾਜ਼ ਪਈ, ਇੱਕਦਮ ਮਹਾਰਾਜ ਉੱਠੇ ਨੇ। ਇਹਨੂੰ ਸਾਰਿਆਂ ਵਿਦਵਾਨਾਂ ਨੇ ਸਾਖੀ ਨੂੰ ਕੋਟ ਕੀਤਾ, ਕੋਈ ਇਸ ਤੋਂ ਇਨਕਾਰੀ ਨਹੀਂ ਹੈ। ਮਹਾਰਾਜ ਇੱਕਦਮ ਉੱਠਦੇ ਹੈ, ਪਲੰਗ ਦੇ ਨਾਲ ਮਹਾਰਾਜ ਦਾ ਗੋਡਾ ਵੱਜ ਜਾਂਦਾ ਹੈ। ਇੱਕਦਮ ਉੱਠੇ ਮਹਾਰਾਜ, ਪਲੰਗ ਨਾਲ ਗੋਡਾ ਵੱਜਿਆ ਤੇ ਗੋਡਾ ਇੰਨੀ ਜ਼ੋਰ ਦੇ ਨਾਲ ਵੱਜ ਗਿਆ, ਉਸ ਥੋੜਾ ਜਿਹਾ ਮਹਾਰਾਜ ਦੇ ਗੋਡੇ 'ਚ ਨਾ ਖੂਨ ਸਿਮ ਗਿਆ, ਮਾੜਾ ਜਿਹਾ ਮਹਾਰਾਜ ਦੇ ਚੋਲੇ ਨਾਲ ਲੱਗ ਗਿਆ ਖੂਨ, ਤੇ ਉਹ ਸਪਸ਼ਟ ਦਿਸਦਾ ਸੀ ਵੀ ਮਹਾਰਾਜ ਦੇ ਗੋਡੇ ਤੇ ਖੂਨ ਲੱਗਾ ਹੋਇਆ। ਇਧਰੋਂ ਸਿੱਖਾਂ ਨੇ ਮਹਾਰਾਜ ਦੇ ਨੇੜੇ ਹੋ ਕੇ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਨੂੰ ਪੁੱਛਿਆ, ਮਹਾਰਾਜ ਤੁਹਾਡੇ ਚੋਟ ਆ ਗਈ, ਏਡੀ ਕਾਹਲੀ ਆਪ ਜੀ? ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਸਿੱਖੋ ਮੇਰੇ ਕੰਨਾਂ ਵਿੱਚ ਧੰਨ ਗੁਰੂ ਨਾਨਕ ਸਾਹਿਬ ਦੇ ਬੋਲ ਪਏ ਨੇ। ਜੋਤ ਉਹੀ ਹੈ। ਜਦੋਂ ਜੋਤ ਦੀ ਗੱਲ ਕਰੀਏ, ਜੋਤ ਗੁਰੂ ਅਰਜਨ ਦੇਵ ਜੀ ਉਹੀ ਨੇ, ਪਰ ਜਦੋਂ ਸਤਿਕਾਰ ਦਿੰਦੇ ਨੇ ਉਦੋਂ ਕਹਿੰਦੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। ਮੇਰੀ ਬਹੁਤ ਵੱਡਾ ਕਹਿੰਦੇ ਸਾਡਾ ਸਤਿਗੁਰੂ ਹੈ, ਜੋਤ ਉਹੀ ਹੈ। ਮਹਾਰਾਜ ਨੇ ਕਿਹਾ, ਮੇਰੇ ਕੰਨਾਂ ਵਿੱਚ ਆਵਾਜ਼ ਪਈ ਬਾਣੀ ਦੀ, ਗੁਰਬਾਣੀ ਦੇ ਸ਼ਬਦ ਪਏ, ਅਸੀਂ ਇੱਕਦਮ ਤਾਂ ਉੱਠੇ ਹਾਂ, ਜੇ ਅਸੀਂ ਨਹੀਂ ਬਾਣੀ ਦਾ ਸਤਿਕਾਰ ਕਰਾਂਗੇ ਤੇ ਕੌਣ ਕਰੇਗਾ? ਸਿੱਖਾਂ ਨੇ ਕਿਹਾ, ਮਹਾਰਾਜ ਤੁਸੀਂ ਆਪ ਹੀ ਤਾਂ ਅਜੇ ਜੋਤ ਰੂਪ ਵਿੱਚ ਵਰਤ ਰਹੇ ਜੇ। ਮਹਾਰਾਜ ਨੇ ਕਿਹਾ, ਜੋਤ ਰੂਪ ਵਿੱਚ ਵਰਤ ਰਹੇ ਹਾਂ, ਪਰ ਇਸ ਬਾਣੀ ਦਾ ਅਦਬ ਸਤਿਕਾਰ ਜਿਸ ਦਿਨ ਪਹਿਲਾ ਪ੍ਰਕਾਸ਼ ਹੋ ਗਿਆ ਸੀ, ਉਸ ਦਿਨ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਕਹਿ ਗਏ ਸਨ ਕਿ ਇਸ ਬਾਣੀ ਦਾ ਸਤਿਕਾਰ ਕਰਿਓ, ਆਦਰ ਕਰਿਓ, ਇਹਨਾਂ ਦੇ ਹੁਕਮ ਤੇ ਚੱਲਿਓ ਜੇ, ਕਿਉਂਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ, ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਹ ਬਾਣੀ ਨੂੰ ਬੜਾ ਉੱਚਾ ਦਰਜਾ ਦਿੱਤਾ ਹੈ। ਸੰਗਤ ਆ ਗਈ, ਬੈਠ ਗਈ। ਮਹਾਰਾਜ ਨੇ ਫਿਰ ਉੱਥੇ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਨਹੀਂ ਜੇ ਮੈਂ ਬੋਲਣ ਲੱਗਿਆ ਹਾਂ, ਇਹ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਦੇ ਸ਼ਬਦ ਨੇ। ਇਤਿਹਾਸਕਾਰ ਕਹਿੰਦੇ ਕਿ ਮਹਾਰਾਜ ਦੇ ਬੋਲ ਨੇ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਦਰਜੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂਆਂ ਦੀ ਬਾਣੀ, ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਦੇਵ ਜੀ ਤੱਕ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੱਕ, 15 ਭਗਤ 11 ਭੱਟ 3 ਗੁਰਸਿੱਖਾਂ ਦੀ ਬਾਣੀ ਹੈ। ਮੈਂ ਜਿਹੜੀ ਬੇਨਤੀ ਕਰਨ ਲੱਗਿਆ, ਮਹਾਰਾਜ ਨੇ ਉੱਥੇ ਬਚਨ ਕਿਹਾ ਸੰਗਤ ਨੂੰ, ਜਦੋਂ ਸੰਗਤ ਦਾ ਇਕੱਠ ਸੀ, ਸਾਰਾ ਬੈਠੀ ਹੋਈ ਸੀ ਸੰਗਤ, ਉਦੋਂ ਮਹਾਰਾਜ ਨੇ ਕਿਹਾ ਕਿ ਜਿਨ ਭੈ ਅਦਬ ਨ ਬਾਣੀ ਧਾਰਾ, ਜਿਹਦੇ ਹਿਰਦੇ ਵਿੱਚ ਗੁਰੂ ਦੀ ਬਾਣੀ ਦਾ ਅਦਬ ਨਹੀਂ ਨਾ ਹੋਏਗਾ, ਸੋ ਸਿੱਖ ਜਾਨੋ ਨਾਹੇ ਹਮਾਰਾ। ਮਹਾਰਾਜ ਕਹਿੰਦੇ ਸਾਡਾ ਉਹ ਸਿੱਖ ਨਹੀਂ ਜਿਹਦੇ ਹਿਰਦੇ ਵਿੱਚ ਗੁਰੂ ਦੀ ਬਾਣੀ ਦਾ ਅਦਬ ਨਹੀਂ, ਭੈ ਨਹੀਂ, ਸਤਿਕਾਰ ਨਹੀਂ ਹੈ, ਸਾਡਾ ਉਹ ਸਿੱਖ ਨਹੀਂ ਹੈ। ਇਹਦਾ ਮਤਲਬ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਇਹਨਾਂ ਬਾਣੀ ਦਾ ਸਤਿਕਾਰ ਕਰਦੇ। ਜਿੱਦਣ ਪੁੱਤਰ ਨੇ ਜਾ ਕੇ ਦਿੱਲੀ ਵਿੱਚ ਤੁਕ ਬਦਲ ਦਿੱਤੀ ਕਿ ਇਹ ਮਿੱਟੀ ਮੁਸਲਮਾਨ ਦੀ ਨਹੀਂ, ਮਿੱਟੀ ਬੇਈਮਾਨ ਦੀ ਆਖਿਆ ਹੈ, ਉਦੋਂ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਇੰਨੇ ਕੋਮਲ ਹਿਰਦੇ ਵਾਲੇ ਕਹਿੰਦੇ ਆ, ਪੁੱਤ ਨੂੰ ਕਹੋ ਜਿੱਧਰ ਹੈਗਾ ਮੂੰਹ ਚੱਕ ਕੇ ਉਧਰ ਹੀ ਚਲਿਆ ਜਾਵੇ, ਸਾਡੇ ਮੱਥੇ ਨਾ ਲੱਗੇ। ਇਹ ਛੋਟੀ ਜੀ ਗੱਲ ਨਹੀਂ ਗੁਰਮੁਖੋ। ਜਿਹੜਾ ਗੁਰੂ ਫੁੱਲ ਟੁੱਟ ਜਾਏ ਚੋਲੇ ਦੀ ਕਲੀ ਨਾਲ, ਇੰਨਾ ਕੋਮਲ ਹਿਰਦਾ ਫੁੱਲ ਕੋਲੇ ਬਹਿ ਕੇ ਗੁਰੂ ਸਾਹਿਬ ਕਹਿੰਦੇ ਮੇਰੇ ਕੋਲੋਂ ਫੁੱਲ ਟੁੱਟ ਗਿਆ ਹੈ, ਉਹ ਆਪਣੇ ਦਿਲ ਦੇ ਫੁੱਲ ਨੂੰ ਤੋੜ ਕੇ ਕਹਿੰਦੇ ਉਹਨੂੰ ਕੋ ਮੇਰੇ ਮੱਥੇ ਨਾ ਲੱਗੇ, ਕਿਉਂਕਿ ਉਹਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚ ਫਰਕ ਪਾਇਆ, ਉਹਨੇ ਤੁਕ ਬਦਲੀ ਹੈ, ਸਾਡੇ ਮੱਥੇ ਨਾ ਲੱਗੇ। ਗੁਰੂ ਸਾਹਿਬ ਨੇ ਗੁਰਮੁਖੋ ਗੱਲਾਂ ਹੀ ਨਹੀਂ ਕੀਤੀਆਂ, ਪੂਰਨੇ ਪਾ ਕੇ ਵਿਖਾਏ ਨੇ ਵੀ ਸੱਚਮੁੱਚ ਐਦਾਂ ਪੂਰਨੇ ਗੁਰੂ ਪਾ ਕੇ ਵਿਖਾ ਕੇ ਗਿਆ। ਚਲੋ ਅਸੀਂ ਗੁਰੂ ਦੀ ਰੀਸ ਨਹੀਂ ਕਰਨ ਲੱਗੇ, ਪਰ ਘੱਟੋ ਘੱਟ ਗੁਰੂ ਦੇ ਬਚਨਾਂ ਤੇ ਚੱਲਣ ਦਾ ਥੋੜਾ ਬਹੁਤ ਉਪਰਾਲਾ ਤੇ ਕਰੀਏ, ਜਿੰਨਾ ਕੁ ਹੋ ਸਕਦਾ ਯਤਨ ਤਾਂ ਕਰੀਏ ਨਾ ਆਪਾਂ, ਜਿੰਨਾ ਕੁ ਮਨ। ਇਹਦਾ ਮਤਲਬ ਇਹ ਨਹੀਂ ਵੀ ਕੁਝ ਮੰਨੋ ਤੇ ਬਾਕੀ ਛੱਡ ਦਿਓ, ਕੋਸ਼ਿਸ਼ ਕਰੀ ਚੱਲੀਏ, ਅਰਦਾਸਾਂ ਕਰੀ ਚੱਲੀਏ, ਮਹਾਰਾਜ ਕਿਰਪਾ ਕਰੋ, ਸਮੱਤ ਬਖਸ਼ੋ, ਸਾਨੂੰ ਵੀ ਆਪਣੇ ਹੁਕਮਾਂ ਤੇ ਚੱਲਣ ਦੀ ਸੋਝੀ ਬਖਸ਼ੋ, ਤਾਂ ਕਿ ਅਸੀਂ ਗੁਰੂ ਦੇ ਹੁਕਮ ਦੇ ਉੱਤੇ ਚੱਲ ਕੇ ਆਪਣਾ ਜੀਵਨ ਸਫਲਾ ਕਰ ਸਕੀਏ। ਮੈਂ ਸਮਾਪਤੀ ਕਰਾਂ ਕਿ 3 ਸ਼ਲੋਕ ਆਪਾਂ ਲਏ ਸੀ ਬਾਬਾ ਫਰੀਦ ਸਾਹਿਬ ਦੇ, ਜਿਹਦੇ ਵਿੱਚ ਇੱਕ ਗੁਰੂ ਨਾਨਕ ਸਾਹਿਬ ਦਾ ਸੀ ਤੇ 2 ਬਾਬਾ ਫਰੀਦ ਸਾਹਿਬ ਦੇ ਨੇ। ਉਹਦੇ ਚ ਪਹਿਲੇ ਚ ਕਿਹਾ ਕਿ ਅੱਜ ਦੀ ਲੜੀ ਵਿੱਚ ਮੈਂ ਪਹਿਲਾਂ ਕਹਿ ਰਿਹਾ ਕਿ ਬਾਬਾ ਫਰੀਦ ਸਾਹਿਬ ਨੇ ਕਿਹਾ, ਸਹੁਰੇ ਢੋਈ ਨਾ ਲਹੈ ਪਈਏ ਨਾਹੀ ਥਾਉ, ਪਿਰ ਬਾਤਲੀ ਨਾ ਪੁੱਛਈ ਧਨ ਸੁਹਾਗਣ ਨਾਉ, ਸਹੁਰੇ ਪਈਏ ਕੰਤ ਕੀ ਕੰਤ ਅਗੰਮ ਅਥਾਹ, ਨਾਨਕ ਸੋ ਸੁਹਾਗਣੀ ਜੋ ਭਾਵੈ ਬੇਪਰਵਾਹ, ਨਾਤੀ ਧੋਤੀ ਸੰਭਹੀ ਸੁੱਤੀ ਆਏ ਨਚਿੰਦ, ਫਰੀਦਾ ਰਹੀ ਸੁਬੇੜੀ ਹਿੰਗ ਦੀ ਗਈ ਕਥੂਰੀ ਗੰਧ। ਪੂਰੇ 3 ਸ਼ਲੋਕਾਂ ਦਾ ਭਾਵ ਇਹ ਹੈ ਕਿ ਬਾਹਰੀ ਤੌਰ ਤੇ ਗੁਰੂ ਸਾਡੇ ਇਹਨਾਂ ਲਿਬਾਸਾਂ ਤੇ, ਸਾਡੇ ਸ਼ਬਦਾਂ ਤੇ, ਸਾਡੇ ਬੋਲਾਂ ਤੇ, ਸਾਡੇ ਬਾਹਰੀ ਤੌਰ ਤੇ ਜੋ ਅਸੀਂ ਬਣ ਕੇ ਵਿਖਾਉਣੇ, ਇਹਦੇ ਤੇ ਨਹੀਂ ਰੀਝਦਾ। ਗੁਰੂ ਅੰਦਰਲੇ ਹਿਰਦੇ ਨੂੰ ਦੇਖਦਾ ਵੀ ਤੇਰੇ ਹਿਰਦੇ ਵਿੱਚ ਕਿੰਨਾ ਕੁ ਪਿਆਰ ਮੁਹੱਬਤ ਤੇ ਕਿੰਨੀ ਕੁ ਅੰਦਰ ਸਿੱਖੀ ਹੈ, ਗੁਰੂ ਇਸ ਚੀਜ਼ ਨੂੰ ਵੇਖਦਾ ਹੈ। ਅੱਜ ਦੇ ਸ਼ਲੋਕਾਂ ਦਾ ਮੁੱਖ ਭਾਵ ਇਹ ਸੀ। ਗੁਰੂ ਕਿਰਪਾ ਕਰੇ, ਸਤਿਗੁਰੂ ਰਹਿਮਤ ਕਰਨ, ਗੁਰੂ ਦੇ ਬਚਨਾਂ ਤੇ ਚੱਲ ਕੇ ਲੋਕ ਸੁਖੀਆ ਪਰਲੋਕ ਸਹੇਲਾ ਕਰ ਸਕੀਏ। ਮੇਰੇ ਕੋਲੋਂ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣ ਯੋਗ ਹੈ।
ਭੁੱਲ ਚੁੱਕ ਦੀ ਖਿਮਾ ਦਿੰਦੇ ਹੋਏ ਸਾਰੀ ਸੰਗਤ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।